करो और चावला चुप कर तू। साडा हक है बोलना और असी इस अपनी पार्लीमेंट के फ्लोर ते खड़े होके अपनी गल जरूर करांगे। जी ਤੁਹਾਨੂੰ अचानक इन्ना गुस्सा क्यों आ गया ਜਦੋਂ ਤੁਸੀਂ ਕੋਈ ਚਾਵਲਾ किया? चुप करो और चावला चुप कर तू। ਤੇ ਫਿਰ ਜੇ ਪ੍ਰਧਾਨ ਦੀ ਆਗਿਆ ਦੇ ਨਾਲ ਮੈਂ ਆਪਣੇ ਵਿਚਾਰ ਰੱਖਣ ਲਈ ਖੜੀ ਹੋਈ ਆ ਤੇ ਕਿਸੇ ਨੂੰ ਹੱਕ ਨਹੀਂ ਕਿ ਵਿੱਚ ਉੱਠ ਕੇ ਤੇ ਰੌਲਾ ਪਾਵੇ। ਤੇ ਉਸ ਦੌਰਾਨ ਮੈਂ ਉੱਥੇ ਥੱਲੇ ਬੈਠੀ ਹੋਈ ਸੀ ਔਰ ਮੈਨੂੰ ਬੈਠੇ ਬੈਠੇ ਹੀ ਇਹਨੇ ਚਾਵਲਾ ਕਹਿੰਦਾ ਕਿ ਨਾ ਜੋ ਤੂੰ ਚੁੱਪ ਕਰ। ਮੈਨੂੰ ਸਮਝ ਨਹੀਂ ਆਈ ਕਿ ਮੈਂ ਚੁੱਪਚਾਪ ਬੈਠੀ ਆ, ਬੋਲ ਨਹੀਂ ਰਹੀ, ਮੈਨੂੰ ਕਹਿ ਕਿਉਂ ਰਿਹਾ। ਮੈਂ ਉਹਨੂੰ ਕਿਹਾ ਤੂੰ ਚੁੱਪ ਕਰ ਜਾ और चावला चुप कर तू। ਗੁਰਦੁਆਰਾ ਪ੍ਰਬੰਧ ਦੇ ਵਿੱਚ ਇਹ ਗੱਲਾਂ ਪ੍ਰਵਾਨ ਨਹੀਂ। ਗੱਲ ਤਾਂ ਅਸੀਂ 267 ਬੀੜਾਂ ਦੀ ਸ਼ੁਰੂ ਕੀਤੀ ਸੀ ਤੇ ਜਦੋਂ ਇਹਦੀ ਪੜਤਾਲ ਕਰਵਾਈ ਗਈ, ਪੜਤਾਲੀਆ ਕਮੇਟੀ ਨੇ 328 ਬੀੜਾਂ ਕੱਢ ਦਿੱਤੀਆਂ ਜੀ। ਤੇ ਹੁਣ ਨੈਕਸਟ ਮਸਲਾ ਤਾਂ ਇਹ ਚਾਹੀਦਾ ਸੀ ਨਾ ਕਿ ਜਿਹੜੀ ਪੜਤਾਲ ਦੀ ਰਿਪੋਰਟ ਆਈ ਹੈ ਤੁਸੀਂ ਰਿਪੋਰਟ ਸਾਰੇ ਮੈਂਬਰਾਂ ਨੂੰ ਦਿਓ ਜੀ, क्योंकि ये जरूरी तो नहीं ना कि जो पड़ताल रिपोर्ट में जो लिखा वो पत्थर ते लकीर हो गया। बिल्कुल सही। अच्छा ਜਦੋਂ ਇਹਨਾਂ ਬੱਸਾਂ ਨੇ ਜਾਣਾ ਹੁੰਦਾ ਹੈ, ਕਈ ਵਾਰ ਹੁੰਦਾ ਹੁਣ ਜੇ ਦੂਰ ਗਈ ਹੈ ਔਰ 2-3 ਦਿਨ ਦਾ ਪੜਾਅ ਹੈ ਫਿਰ ਉਹ ਕੀ ਕਰਦੇ ਨੇ ਕਿ ਥੋੜੀਆਂ 20-25 ਬੀੜਾ ਐਕਸਟਰਾ ਰੱਖ ਲੈਂਦੇ ਕਿਉਂਕਿ ਜਦੋਂ ਤੁਸੀਂ ਕਿਤੇ ਗੁਰਦੁਆਰੇ ਰੁਕਦੇ ਹੋ ਸਕਦਾ ਲੋਕਲ ਸੰਗਤ ਆ ਜਾਵੇ, ਹੋ ਸਕਦਾ ਗੁਰਦੁਆਰੇ ਵਾਲੇ ਹੀ ਕਹਿਣ ਕਿ ਵੀ ਸਾਨੂੰ ਨਵੀਂ ਬੀੜ ਚਾਹੀਦੀ ਹੈ ਤੇ ਫਿਰ ਜਦੋਂ ਤੁਸੀਂ ਪੜਾਅ ਕਰ ਰਹੇ ਹੋ ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਤੁਹਾਨੂੰ ਬੀੜ ਨਹੀਂ ਦੇਣੀ ਜਦ ਤੁਹਾਡੀ ਬੱਸ ਭਰੀ ਹੋਈ ਹੈ। ਵੀ ਜੀ ਅੰਮ੍ਰਿਤ ਛਕ ਕੇ ਜਿਹੜੇ ਲੋਕ ਗੁਰੂ ਦੀ ਹਜ਼ੂਰੀ 'ਚ ਗੁਰੂ ਦੀ ਹਾਜ਼ਰੀ 'ਚ ਝੂਠ ਬੋਲਣ ਤੁਹਾਡੀ ਨਜ਼ਰਾਂ 'ਚੋਂ ਕੌਣ ਹੈ? ਜਦੋਂ ਤੁਸੀਂ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਅਰਦਾਸ ਕਰਕੇ ਇਜਲਾਸ ਸ਼ੁਰੂ ਕਰ ਰਹੇ ਹੋ, ਵਾਹਿਗੁਰੂ ਅੰਗ ਸੰਗ ਹੈ, ਉੱਥੇ ਨਹੀਂ ਸੱਚ ਬੋਲੋਗੇ ਤੇ ਕਿੱਥੇ ਬੋਲੋਗੇ? ਬਿਲਕੁਲ ਸਹੀ। ਮੈਨੂੰ ਲੱਗਦਾ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ, ਸਾਨੂੰ ਉਸ ਪਾਵਨ ਸਥਾਨ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ। ਜਿਹੜੇ ਦਫ਼ਤਰ ਨੇ ਗਲਤੀ ਕੀਤੀ ਹੈ ਉਹ ਦਫ਼ਤਰ ਜਵਾਬਦੇਹ ਹੈ। ਉਹਦੇ ਕੋਲ ਇੱਕ ਅਕਾਲੀ ਸਰਦਾਰ ਬਖਸ਼ੀਸ਼ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਮ ਜੀ, ਉਹਨਾਂ ਨੇ ਕੋਈ ਕੋਰਟ ਦੇ ਵਿੱਚ ਜਾ ਕੇ ਗਵਾਹੀ ਦਿੱਤੀ ਸੀ ਔਰ ਜੱਜ ਦੇ ਇਹ ਕਮੈਂਟ ਸੀ ਕਿ ਇਹ ਸਿੱਖ ਹੈ, ਸੱਚ ਬੋਲਦਾ ਹੈ। ਆਮ ਸਿੱਖ ਕੀ ਇਸ ਕਿਰਦਾਰ ਨੂੰ ਐਪਰੀਸ਼ੀਏਟ ਕਰਦਾ ਹੈ? ਪਤਾ ਲੱਗਦਾ ਹੈ ਸਾਨੂੰ ਕਿ ਇਹ ਕਿੱਥੇ ਹਨ ਤਾਂ ਵੀ ਅਸੀਂ ਕੌਮ ਨੂੰ ਦਸੀਏ, ਜੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਵੀ ਅਸੀਂ ਕੌਮ ਨੂੰ ਦਸੀਏ। ਕਿਸੇ ਪਾਸੇ ਤਾਂ ਗੱਲ ਕਰਨੀ ਪਏਗੀ ਤੇ ਤਾਂ ਹੀ ਇਹ ਜਿਹੜਾ ਮੁੱਦਾ ਹੈ ਇਹ ਕਲੋਜ਼ਰ ਵਾਲੇ ਪਾਸੇ ਆਏਗਾ। ਇਸ ਵੇਲੇ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਇੰਨੀ ਵੱਡੀ ਜ਼ਿੰਮੇਵਾਰੀ ਸਾਂਭਣ ਦੇ ਕਾਬਿਲ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ 'ਚ ਦਾ TV NRI ਨਾਲ ਜੁੜੇ ਦਰਸ਼ਕੋ ਤੁਹਾਡਾ ਸਵਾਗਤ ਹੈ ਜੀ ਤੇ ਮੈਂ ਹਰਸ਼ਪਾਲ ਸਿੰਘ। 28 ਸਤੰਬਰ ਦਰਬਾਰ ਸਾਹਿਬ ਬਜਟ ਇਜਲਾਸ ਦੇ ਦੌਰਾਨ ਇੱਕ ਸ਼ੇਰਨੀ ਵਰਗੀ ਦਹਾੜ ਨੇ ਪੰਥ ਦੋਖੀਆਂ ਨੂੰ ਵਕਤ ਪਾ ਕੇ ਰੱਖ ਦਿੱਤਾ ਹੈ। ਜੀ ਹਾਂ, ਜਿਸ ਸ਼ੇਰਨੀ ਦੀ ਦਹਾੜ ਦੀ ਗੱਲ ਕਰ ਰਹੇ ਹਾਂ, ਇੱਕ ਵਾਰੀ ਉਹਨਾਂ ਦਾ ਪਿਛੋਕੜ ਦੇ ਬਾਰੇ ਜਾਣਨਾ ਬੇहद ਜ਼ਰੂਰੀ ਹੈ। ਮੈਂ ਦੱਸਣਾ ਚਾਹੁੰਦਾ ਕਿ 28 ਸਤੰਬਰ SGPC ਦਾ ਬਜਟ ਇਜਲਾਸ ਹੈ। ਉਸ ਇਜਲਾਸ ਦੇ ਵਿੱਚ ਕੁਝ ਲੋਕਾਂ ਨੂੰ ਸੱਚ ਬੋਲਣ ਤੋਂ ਵਰਜਣ ਵਾਸਤੇ ਕੁਝ ਲੋਕਾਂ ਦੀ ਡਿਊਟੀ ਲੱਗ ਜਾਂਦੀ ਹੈ ਔਰ ਇਹਦੇ ਦੌਰਾਨ ਹੀ ਇੱਕ ਜ਼ੋਰਦਾਰ ਦਹਾੜ ਦੇ ਨਾਲ ਕਿਸੇ ਨੂੰ ਓਏ ਕਹਿ ਕੇ ਔਰ ਉਹਦੀ ਜ਼ਬਾਨ ਬੰਦ ਕਰ ਦਿੱਤੀ ਜਾਂਦੀ, ਉਹਨੂੰ ਰੋਕਿਆ ਜਾਂਦਾ ਹੈ। ਇਹ ਦਹਾੜ ਸੀ SGPC ਮੈਂਬਰ ਬੀਬੀ ਕਿਰਨਜੀਤ ਕੌਰ ਜੀ। ਮੈਂ ਉਹਨਾਂ ਦੇ ਪਿਛੋਕੜ ਦੇ ਵੱਲ ਜ਼ਰੂਰ ਲੈ ਕੇ ਜਾਵਾਂਗਾ ਕਿਉਂਕਿ ਸ਼ੇਰਨੀ ਦੀ ਦਹਾੜ ਸ਼ੇਰਨੀ ਦੀ ਕੁੱਖ 'ਚੋਂ ਜਾਈ ਹੀ ਕੋਈ ਕਰ ਸਕਦੀ ਹੈ। ਸੋ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਦੇ ਮਾਤਾ ਜੀ ਦੀ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ 5 ਫਰਵਰੀ 1998 ਨੂੰ, ਔਰ ਡਾਕਟਰ ਰਜਿੰਦਰ ਕੌਰ ਜਿਨ੍ਹਾਂ ਦੀ ਕੁੱਖ 'ਚੋਂ ਜਾਏ ਨੇ ਕਿਰਨਜੀਤ ਕੌਰ ਜੀ। ਔਰ ਇਸ ਸਮੇਂ ਉਹਨਾਂ ਦੀ ਬਦੌਲਤ
ਪੰਥ ਦੋਖੀਆਂ ਨੂੰ ਜਿਹੜਾ ਵਕਤ ਪਿਆ ਹੋਇਆ। ਸੋ ਮੈਂ ਰੂਬਰੂ ਕਰ ਰਿਹਾ ਤੁਹਾਡੇ ਸਾਡੇ ਨਾਲ ਨੇ ਐਸਜੀਪੀਸੀ ਮੈਂਬਰ ਡਾਕਟਰ ਕਿਰਨਜੀਤ ਕੌਰ। ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਤੇ YouTube ਤੇ ਔਰ ਜਿਨ੍ਹਾਂ ਲੋਕਾਂ ਨੇ ਵੀ ਤੁਹਾਨੂੰ ਚੁੱਪ ਕਰਾਉਂਦਿਆਂ ਦੇਖਿਆ ਜੀ, ਕੁਝ ਲੋਕਾਂ ਨੂੰ, ਉਸ ਤੋਂ ਬਾਅਦ ਚਰਚੇ ਸ਼ੁਰੂ ਜ਼ਰੂਰ ਹੋਏ ਆ। ਪਹਿਲੀ ਵਾਰ ਹੋਇਆ, ਵੈਸੇ ਤਾਂ ਅਕਸਰ ਦੇਖਿਆ ਜਾਂਦਾ ਸੀ ਕਿ ਲੋਕ ਜਾਂ ਤਾਂ ਬਾਈਕਾਟ ਕਰ ਜਾਂਦੇ ਸੀ ਜਦੋਂ ਅੰਦਰ ਇਜਲਾਸ ਆਉਂਦਾ ਸੀ। ਇਹ ਪਹਿਲੀ ਵਾਰੀ ਹੈ ਕਿ ਤੁਸੀਂ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਤੋਂ ਪਹਿਲਾਂ ਆਵਾਜ਼ ਕਦੀ ਉੱਠੀ ਨਹੀਂ, ਉਹਦੇ ਪਿੱਛੇ ਕੀ ਕਾਰਨ ਸੀ? ਕਿ ਸ਼੍ਰੋਮਣੀ ਕਮੇਟੀ ਦਾ ਜਦੋਂ ਵੀ ਜਨਰਲ ਇਜਲਾਸ ਹੁੰਦਾ ਹੈ, ਉਸ ਵਕਤ ਆਮ ਤੌਰ ਤੇ ਮੈਂਬਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੀ। ਇਹ ਇਜਾਜ਼ਤ ਖੋਣੀ ਪੈਂਦੀ ਹੈ ਜੀ। ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਤਾਂ ਸਥਿਤੀ ਇਹੋ ਜਿਹੀ ਹੋ ਗਈ ਹੈ ਕਿ ਵੀ ਆਮ ਜਿਹੜੇ ਸਿੱਖ ਹਨ ਜੀ, ਉਹਨਾਂ ਦੇ ਸਾਹਮਣੇ ਇੱਕ ਤਮਾਸ਼ਾ ਜਿਹਾ ਬਣ ਗਿਆ, ਕਿਉਂਕਿ ਸੋਸ਼ਲ ਮੀਡੀਆ, ਟੀਵੀ ਦੇ ਨਾਲ ਹਰ ਇੱਕ ਦੇ ਘਰ ਦੇ ਵਿੱਚ ਸਾਰੀ ਗੱਲ ਪਹੁੰਚ ਰਹੀ ਹੈ। ਸੋ ਇਸ ਲਈ ਜ਼ਰੂਰੀ ਸੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਹੈ, ਜਿਹਨੂੰ ਅਸੀਂ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਆ, ਇਹਦਾ ਕੋਈ ਤੌਰ ਤਰੀਕਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਮੈਂਬਰ ਬੈਠ ਕੇ ਗੱਲ ਵੀ ਕਰ ਸਕਣ ਔਰ ਗੱਲ ਸੁਣ ਵੀ ਸਕਣ ਜੀ। ਪਰ ਇਸ ਤਰ੍ਹਾਂ ਨਹੀਂ ਹੁੰਦਾ ਰਿਹਾ। ਪਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੇ 328 ਬੀੜਾਂ ਦੀ ਗੱਲ ਆਈ ਹੈ ਤੇ ਹੁਣ ਕੁਝ ਮੈਂਬਰ ਇਕੱਠੇ ਹੋਣੇ ਸ਼ੁਰੂ ਹੋਏ ਨੇ ਔਰ ਇਸ ਵਾਰ ਹਾਊਸ ਦੇ ਤਕਰੀਬਨ 15 ਮੈਂਬਰ ਇਕੱਠੇ ਹੋਏ ਜਿਨ੍ਹਾਂ ਨੇ ਪਹਿਲੇ ਇਹ ਫੈਸਲਾ ਕੀਤਾ ਕਿ ਅਸੀਂ ਇਹ ਮੁੱਦਾ ਜ਼ਰੂਰ ਉਠਾਵਾਂਗੇ, ਇਹਦੇ ਬਾਰੇ ਗੱਲ ਕਰਾਂਗੇ। ਔਰ ਜਿਸ ਤਰ੍ਹਾਂ ਪਹਿਲੇ ਹੁੰਦਾ ਰਿਹਾ ਕਿ ਜੇ ਬੋਲਣ ਦੀ ਇਜਾਜ਼ਤ ਨਾ ਦਿਓ ਤੇ ਵਾਕਆਊਟ ਕਰ ਜਿਓ, ਤਾਂ ਐਤਕੀ ਇਹਨਾਂ 15 ਮੈਂਬਰਾਂ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਵਾਕਆਊਟ ਵੀ ਨਹੀਂ ਕਰਨਾ। ਸਾਡਾ ਹੱਕ ਹੈ ਬੋਲਣਾ ਔਰ ਅਸੀਂ ਇਸ ਆਪਣੀ ਪਾਰਲੀਮੈਂਟ ਦੇ ਫਲੋਰ ਤੇ ਖੜੇ ਹੋ ਕੇ ਆਪਣੀ ਗੱਲ ਜ਼ਰੂਰ ਕਰਾਂਗੇ ਜੀ। ਸੋ ਇਹ ਉਹ ਹੱਟ ਹੈਗਾ ਸੀ ਜਿਹਦੇ ਕਰਕੇ ਤੁਸੀਂ ਇਹ ਸਾਰਾ ਕੁਝ ਵੇਖਿਆ। ਇਹ ਜੋ ਕੈਮਰੇ ਤੇ ਔਨ ਸਕਰੀਨ ਜੋ ਵਾਇਰਲ ਹੁੰਦੀ ਹੈ ਵੀਡੀਓ, ਉਹਦੇ ਵਿੱਚ ਤੁਸੀਂ ਜਦੋਂ ਮਾਈਕ ਸੰਭਾਲਦੇ ਹੋ ਔਰ ਤੁਹਾਡੇ ਨਾਲ ਹੀ ਅਨੰਦਪੁਰ ਸਾਹਿਬ ਤੋਂ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਆਉਂਦੇ ਨੇ, ਉਹ ਕਿਹੜਾ ਬੋਲ ਬੋਲਦੇ ਨੇ, ਹਲਕੀ ਜੀ ਆਵਾਜ਼ ਤੋਂ ਚਾਹੁੰਦੀ ਹੈ, ਉਹ ਤੁਹਾਨੂੰ ਰੋਕਦੇ ਕਿਉਂ ਨਹੀਂ? ਐਸੀ ਕਿਹੜੀ ਤੁਸੀਂ ਗੱਲ ਕੀਤੀ ਜਿਹੜੀ ਉਹਨਾਂ ਨੂੰ ਪਸੰਦ ਨਹੀਂ ਆਈ, ਕਿ ਜਾਂ ਉਹਨਾਂ ਦੇ ਕਿਸੇ ਆਕਾ ਨੂੰ ਪਸੰਦ ਨਹੀਂ ਆਈ? ਉਹ ਕਿਉਂ ਰੋਕ ਰਹੇ ਸੀ ਤੁਹਾਨੂੰ? ਇਹੋ ਜਿਹੀ ਗੱਲ ਨਹੀਂ। ਦੇਖੋ, ਜਦੋਂ ਪ੍ਰਧਾਨ ਦੀ ਪਰਮਿਸ਼ਨ ਦੇ ਨਾਲ ਹਾਊਸ ਨੂੰ ਐਡਰੈਸ ਕੀਤਾ ਜਾਂਦਾ, ਜੋ ਸਾਡੇ ਨਿਯਮ ਕਹਿੰਦੇ ਆ ਜੀ ਜੀ, ਤੇ ਫਿਰ ਜੇ ਪ੍ਰਧਾਨ ਦੀ ਆਗਿਆ ਦੇ ਨਾਲ ਮੈਂ ਆਪਣੇ ਵਿਚਾਰ ਰੱਖਣ ਲਈ ਖੜੀ ਹੋਈ ਆ ਤੇ ਕਿਸੇ ਨੂੰ ਹੱਕ ਨਹੀਂ ਕਿ ਵਿੱਚ ਉੱਠ ਕੇ ਤੇ ਰੌਲਾ ਪਾਵੇ। ਰੌਲਾ ਉਸ ਵੇਲੇ ਮੈਂਬਰ ਨੇ ਪਾਇਆ ਜਦੋਂ ਮੈਂ ਇਹ ਗੱਲ ਕਹੀ ਕਿ ਜੇ ਸ਼੍ਰੋਮਣੀ ਕਮੇਟੀ ਨੇ 328 ਬੀੜਾਂ ਦੀ ਜਿਹੜੀ ਗੱਲ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਮਿਸ ਹੈਂਡਲ ਕੀਤਾ, ਉਹਦੇ ਨਾਲ ਸਾਡੀ ਬੜੀ ਨਮੋਸ਼ੀ ਹੋਈ ਹੈ, ਸਾਡਾ ਸਿਰ ਨੀਵਾ ਹੋਇਆ ਜੀ ਜੀ। ਤਾਂ ਇਸ ਗੱਲ ਤੋਂ ਭੜਕ ਕੇ ਖੜਾ ਹੋ ਗਿਆ ਕਿ ਕਿਹੜਾ ਸਿਰ ਨੀਵਾ ਹੋਇਆ ਜੀ। ਹੁਣ ਇਹ ਤਾਂ ਜੀ ਸਮਝਣ ਦੀ ਗੱਲ ਹੈਗੀ ਹੈ। ਅੱਛਾ, ਉਹਨਾਂ ਨੂੰ ਇਹ ਲੱਗਾ ਕਿ ਸਿਰ ਨੀਵਾ ਹੀ ਨਹੀਂ ਹੋਇਆ ਇਹਦੇ ਨਾਲ? ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਸੀ। ਮੈਂ ਇਹ ਕਿਉਂ ਕਿਹਾ ਕਿ ਸਾਡਾ ਸਿੱਖਾਂ ਦਾ ਸਿਰ ਨੀਵਾ ਹੋਇਆ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਜ਼ਿੰਮੇਵਾਰੀ ਦੇ ਨਾਲ ਇਹ ਜਿਹੜਾ ਇੱਕ ਬਹੁਤ ਹਿਰਦੇ ਵੇਦਕ ਘਟਨਾ ਹੋਈ ਹੈ ਉਹਨੂੰ ਹੈਂਡਲ ਜਿਸ ਤਰ੍ਹਾਂ ਕੀਤਾ ਹੈਗਾ, ਬੜੀ ਕਮਾਲ ਹੈ। ਸੋ ਉਸ ਵੇਲੇ ਜਦੋਂ ਬਾਰ-ਬਾਰ ਮੇਰੇ ਉਸ ਵੇਲੇ ਹੋਰ ਜਿਹੜੇ ਮੈਂਬਰ ਖੜੇ ਸੀ, ਬੀਬੀ ਜਗੀਰ ਕੌਰ ਨੇ ਵੀ ਉਹਨੂੰ ਕਿਹਾ ਵੀ ਅਗਲੇ ਨੂੰ ਗੱਲ ਤਾਂ ਕਰਨ ਦਿਓ, ਜਦੋਂ ਇਹਨਾਂ ਨੂੰ ਹਾਊਸ ਵਿੱਚ ਪਰਮਿਸ਼ਨ ਮਿਲੀ ਹੈ ਗੱਲ ਕਰਨ ਦੀ, ਗੱਲ ਕਰਨ ਦਿਓ। ਪਰ ਉਹ ਬੋਲੀ ਜਾ ਰਿਹਾ ਸੀ ਵਿੱਚ। ਔਰ ਜਦੋਂ ਤੁਸੀਂ ਕੋਈ ਸਟੇਜ ਤੇ ਖੜੇ ਹੋ ਕੇ ਗੱਲ ਕਰਨੀ ਹੁੰਦੀ ਹੈ, ਤੁਹਾਡੀ ਵਿਚਾਰਾਂ ਦੀ ਇੱਕ ਲੜੀ ਚੱਲ ਰਹੀ ਹੁੰਦੀ ਹੈ, ਇਸ ਤਰ੍ਹਾਂ ਡਿਸਟਰਬੈਂਸ ਨਾਲ ਉਹ ਲੜੀ ਟੁੱਟ ਜਾਂਦੀ ਹੈ ਜੀ ਜੀ। ਸੋ ਮੈਨੂੰ ਨਹੀਂ ਪਤਾ ਇਹ ਜਿਹੜੀ ਬਾਅਦ ਦੇ ਵਿੱਚ ਵੀਡੀਓ ਆਈ ਹੈ ਉਹ ਕਿਸ ਤਰ੍ਹਾਂ ਉਹਨੂੰ ਆਮ ਸਿੱਖਾਂ ਨੇ ਲਿਆ, ਆਮ ਲੋਕਾਂ ਨੇ ਲਿਆ, ਪਰ ਨਹੀਂ ਫਿਰ ਤੁਹਾਨੂੰ ਅਚਾਨਕ ਇਹਨਾਂ ਗੁੱਸਾ ਕਿਉਂ ਆ ਗਿਆ ਜਦੋਂ ਤੁਸੀਂ ਉਹ ਚਾਵਲਾ ਕਿਹਾ ਹੈ ਨਾ, ਤੁਹਾਡੇ ਲਫ਼ਜ਼ ਨਿਕਲੇ ਉਹ ਮਤਲਬ ਅਸੀਂ ਖੜੇ ਸੀਗੇ। ਅਕਸਰ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਦਰਦ, ਇੰਨੀ ਨਾਰਾਜ਼ਗੀ, ਇੰਨੀ ਇਹਦੇ ਨਾਲ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ, ਇੰਨੀ ਜੁਰਤ ਇੱਕ ਐਡਾ ਕਦਾਵਰ ਲੀਡਰ, ਕਿਸੇ ਬਹੁਤ ਵੱਡੇ ਲੀਡਰ ਦੇ ਬਹੁਤ ਹੀ ਖਾਸਮ ਖਾਸ ਔਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਐਸਜੀਪੀਸੀ, ਉਹਦੇ ਵਿੱਚ ਉਹਦਾ ਇੱਕ ਨਾਂ ਹੈ ਅਮਰਜੀਤ ਸਿੰਘ ਚਾਵਲਾ, ਔਰ ਉਸ ਬੰਦੇ ਦੇ ਨਾਲ ਗੱਲ ਕਰਨ ਲੱਗਿਆ ਵੀ ਬਹੁਤ ਸਾਰੇ ਮੈਂਬਰ ਨੇ ਸੰਗਦੇ ਨੇ, ਡਰਦੇ ਨੇ। ਤੇ ਤੁਸੀਂ ਜਦੋਂ ਇਹ ਦਹਾੜ ਮਾਰੀ ਹੈ, ਮੈਂ ਉਹ ਪੁੱਛਣਾ ਚਾਹੁੰਦਾ, ਉਹ ਜੁਰਤ ਕਿਵੇਂ ਆ ਗਈ? ਦੇਖੋ ਜੀ, ਜੁਰਤ ਕਿਉਂ ਨਹੀਂ ਹੋਏਗੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਮੇਟੀ ਹੈ ਜਿਹਨੂੰ ਬਣਾਉਣ ਦੇ ਵਿੱਚ ਜੀ
ਮੇਰੇ ਨਾਨਾ ਮਾਸਟਰ ਤਾਰਾ ਸਿੰਘ ਜੀ ਮੋਢੀਆਂ ਵਿੱਚੋਂ ਸਨ, ਜੀ। ਜਿਹੜੇ ਇਸ ਦੇ ਪ੍ਰਧਾਨ ਵੀ ਰਹੇ, ਜਿਹੜੇ ਇਸ ਦੇ ਸਕੱਤਰ ਵੀ ਰਹੇ। ਸੋ ਅਸੀਂ ਜਿਸ ਵਾਤਾਵਰਣ ਵਿੱਚ ਪਲੇ ਆ, ਕਿਉਂਕਿ ਮੈਂ ਨਾਨਕੇ ਪਲੀ ਹੋਈ ਹਾਂ ਜੀ, ਤੇ ਜਿਸ ਵਾਤਾਵਰਣ ਵਿੱਚ ਅਸੀਂ ਪਲੇ ਆ, ਅਸੀਂ ਤਾਂ ਆਪਣੇ ਘਰ ਦੇ ਵਿੱਚ ਦੇਖਿਆ ਹੀ ਇਹੋ ਜਿਹਾ ਪੰਥਕ ਮਾਹੌਲ ਹੈ। ਖੂਨ ਨੇ ਰੰਗ ਵਿਖਾਇਆ ਜੀ ਆਪਣਾ। ਇਹ ਕੋਈ ਮਤਲਬ ਆਊਟ ਆਫ ਕੈਰੈਕਟਰ ਵਾਲੀ ਗੱਲ ਨਹੀਂ, ਇਹ ਤਾਂ ਮੇਰੀ ਪਹਿਚਾਣ ਇੱਥੇ ਹੈ। ਠੀਕ ਹੈ ਤੇ ਇਸ ਲਈ ਇੱਥੇ ਗੱਲ ਕਰਨਾ, ਇੱਥੇ ਬੰਦਾ ਥੋੜੀ ਮਾਇਨੇ ਰੱਖਦਾ ਹੈ ਜੀ। ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਇੱਕ ਸਿੱਖਾਂ ਦੇ ਨੁਮਾਇੰਦੇ ਦੀ ਹੈਸੀਅਤ ਦੇ ਵਿੱਚ, ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਹੈਸੀਅਤ ਵਿੱਚ ਖੜੇ ਆ, ਤੇ ਡਰਨਾ ਕਾਹਦੇ ਤੋਂ? ਸਵਾਏ ਗੁਰੂ ਤੋਂ ਕਿਸੇ ਦਾ ਡਰ ਨਹੀਂ। ਕਿਤੇ ਇਹ ਡਰ ਤਾਂ ਨਹੀਂ ਸੀ ਬੀਬੀ ਜੀ ਕਿ ਇਹ ਜਿਸ ਲਹਿਜ਼ੇ ਦੇ ਨਾਲ ਬੋਲਣਾ ਸ਼ੁਰੂ ਕੀਤਾ ਬੀਬੀ ਕਰਨਜੀਤ ਕੌਰ ਨੇ, ਇਹ ਨਾ ਕਿਤੇ ਹੋਰ ਵੀ ਪਾਜ਼ ਖੋਲ ਦਵੇ, ਹੋਰ ਵੀ ਰਾਜ਼ ਖੋਲ ਦਵੇ, ਹੋਰ ਵੀ ਕਿਸੇ ਚੀਜ਼ ਤੋਂ ਪਰਦਾ ਚੱਕ ਦੇਵੇ, ਜਾਂ ਸਾਹਮਣੇ ਬੈਠੇ ਜਿਹੜੇ ਲੋਕ ਨੇ ਔਰ ਉਹਨਾਂ ਦਾ ਤਾਂ ਅੱਗੇ ਦੋਸ਼ੀ ਨੇ, ਸਜ਼ਾ ਯਾਫਤਾ ਨੇ, ਸਜ਼ਾ ਭੁਗਤ ਰਹੇ ਨੇ, ਤੇ ਉਹਨਾਂ ਨੂੰ ਬਚਾਉਣ ਵਾਸਤੇ ਤੇ ਖਾਮਖਾ ਤੁਹਾਨੂੰ ਰੋਕਿਆ ਗਿਆ, ਟੋਕਿਆ ਗਿਆ? ਇਹ ਮੈਂ ਨਹੀਂ ਜਾਣਦੀ ਕਿ ਮੈਨੂੰ ਕਿਉਂ ਰੋਕਦੇ ਨੇ, ਕਿਉਂ ਟੋਕਦੇ ਨੇ। ਤੁਹਾਨੂੰ ਇਹ ਵੀ ਯਾਦ ਹੋਏਗਾ, ਇੱਕ ਵਾਰ ਮੇਰੇ ਕੋਲ ਹਾਊਸ ਦੇ ਵਿੱਚ ਮਾਈਕ ਖੋਲਿਆ ਗਿਆ ਸੀ ਜੀ, ਬਿਲਕੁਲ, ਔਰ ਖੋਣ ਵਾਲਾ ਵੀ ਉਹ ਟਕਸਾਲ ਦਾ ਬੁਲਾਰਾ ਸੀ ਜੀ। ਮਤਲਬ ਇਹ ਜਿਹੜੀਆਂ ਚੁੱਪ ਕਰਾਉਣ ਵਾਲੀਆਂ ਗੱਲਾਂ, ਇਹ ਕੋਈ ਨਵੀਆਂ ਨਹੀਂ ਹਨ, ਇਹ ਚੱਲੀਆਂ ਆ ਰਹੀਆਂ। ਤੁਹਾਡੇ ਬੋਲਣ ਤੋਂ ਪਹਿਲਾਂ ਜਦੋਂ ਬੈਠੇ ਸੀ ਉਦੋਂ ਵੀ ਕੁਝ ਸਮਝਾਇਆ ਗਿਆ ਹੋਵੇਗਾ, ਕਿਸੇ ਨੇ ਕੋਈ ਇਸ਼ਾਰੇ ਨਾਲ ਧਮਕਾਇਆ ਵੀ ਹੋਵੇਗਾ, ਜਾਂ ਕੁਝ ਗੱਲਬਾਤ ਹੋਈ ਉੱਥੇ ਵੀ ਬੋਲਿਓ ਨਾ, ਵੱਧ ਘੱਟ ਨਾ ਬੋਲਿਓ, ਕੋਈ ਇਦਾਂ ਦੀ ਗੱਲ ਹੋਈ ਮਾਈਕ ਤੇ ਬੋਲਣ ਤੋਂ ਪਹਿਲਾਂ ਜਦੋਂ ਅਸੀਂ ਆਮ ਜਨਰਲ ਇਜਲਾਸ 'ਚ ਬੈਠੇ ਹਾਂ? ਤਾਂ ਨਹੀਂ, ਉਹਦੇ ਵਿੱਚ ਤੁਸੀਂ ਦੇਖੋ ਨਾ, ਜਦ ਤੁਸੀਂ ਪੂਰਾ ਹਾਊਸ ਦਾ ਘਟਨਾਕ੍ਰਮ ਦੇਖੋਗੇ ਤੇ ਅਸੀਂ ਉਸ ਵੇਲੇ ਜਿਹੜੇ ਅਸੀਂ 15 ਮੈਂਬਰਾਂ ਨੇ ਅੱਜ ਤੈਅ ਕੀਤਾ ਸੀ ਕਿ ਵੀ ਅਸੀਂ ਵਾਕਆਊਟ ਨਹੀਂ ਕਰਨਾ, ਅਸੀਂ ਬੋਲਣਾ ਹੈ, ਤੇ ਅਸੀਂ ਸਮੇਂ-ਸਮੇਂ ਤੇ ਖੜੇ ਹੁੰਦੇ ਰਹੇ ਹਾਂ, ਕਿਉਂਕਿ ਸਾਨੂੰ ਖਦਸ਼ਾ ਸੀ ਕਿ ਵੀ ਸਾਨੂੰ ਟਾਈਮ ਦਿੱਤੇ ਬਗੈਰ ਇਹਨਾਂ ਨੇ ਆਨੰਦ ਸਾਹਿਬ ਦਾ ਪਾਠ ਪੜ੍ਹ ਕੇ ਤੇ ਭੋਗ ਪਾ ਦੇਣਾ ਸਾਰੇ ਸਮਾਗਮ ਦਾ। ਸੋ ਇਸ ਲਈ ਅਸੀਂ ਸਮੇਂ-ਸਮੇਂ ਤੇ ਖੜੇ ਹੁੰਦੇ ਰਹੇ। ਤੇ ਜਦੋਂ ਖੜੇ ਹੋਇਆ ਤੇ ਸਾਡੇ ਵਿਰੋਧ ਦੇ ਵਿੱਚ ਦੂਜੀ ਪਾਰਟੀ ਵਾਲੇ ਵੀ ਖੜੇ ਹੋਏ ਕਿ ਵੀ ਤੁਹਾਨੂੰ ਬੋਲਣ ਨਹੀਂ ਦੇਣਾ। ਤੇ ਇਸੇ ਘਟਨਾ ਦੌਰਾਨ ਇੱਕ ਵਾਰ ਪਹਿਲੇ ਵੀ ਫਿਰ ਅਮਰਜੀਤ ਸਿੰਘ ਚਾਵਲਾ ਨੇ ਆ ਕੇ, ਤੇ ਇਕੱਲਾ ਇਹ ਨਹੀਂ, ਹੋਰ ਵੀ ਮੈਂਬਰ ਸੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਖੜੇ ਹੋਏ ਮੈਂਬਰ ਹਨ ਉਹਨਾਂ ਨੂੰ ਕਹੀਏ ਜੀ ਬੈਠ ਜਾਓ। ਤੇ ਉਸ ਦੌਰਾਨ ਮੈਂ ਉੱਥੇ ਥੱਲੇ ਬੈਠੀ ਹੋਈ ਸੀ ਔਰ ਮੈਨੂੰ ਬੈਠੇ ਹੀ ਇਹਨੇ ਚਾਵਲਾ ਕਹਿੰਦਾ ਕਿ ਨਾ ਜੋ ਤੂੰ ਚੁੱਪ ਕਰ। ਮੈਨੂੰ ਸਮਝ ਨਹੀਂ ਆਈ ਕਿ ਮੈਂ ਚੁੱਪਚਾਪ ਬੈਠੀ ਆ, ਬੋਲ ਨਹੀਂ ਰਹੀ, ਮੈਨੂੰ ਕਹਿ ਕਿਉਂ ਰਿਹਾ? ਮੈਂ ਉਹਨੂੰ ਕਿਹਾ ਤੂੰ ਚੁੱਪ ਕਰ ਜਾ, ਕਿਉਂ ਬੋਲ ਰਿਹਾ? ਤੇ ਗੱਲ ਖਤਮ ਹੋ ਗਈ। ਪਰ ਜਦੋਂ ਦੂਸਰੀ ਵਾਰ ਮੈਂ ਡਾਇਸ ਤੇ ਖੜੋ ਕੇ ਗੱਲ ਕਰਨ ਲੱਗੀ ਆ, ਜਦੋਂ ਇਸ ਵੇਲੇ ਦੁਬਾਰਾ ਇਹਨੇ ਮੈਨੂੰ ਟੋਕਿਆ, ਤੇ ਫਿਰ ਉਸ ਵੇਲੇ ਮੈਨੂੰ ਇਹ ਜਿਹੜੀ ਗੱਲ ਸੀ ਇਹ ਜਾਇਜ਼ ਨਹੀਂ, ਟੁਕਵਾ ਜਵਾਬ ਦੇਣਾ ਵਾਜਿਬ ਸੀ। ਮੈਨੂੰ ਲੱਗਦਾ ਕਿਉਂਕਿ ਜੋ ਹੋਇਆ ਸਹਿਜ ਸੁਭਾਏ ਹੋਇਆ, ਮਿੱਥ ਕੇ ਤਾਂ ਹੋਇਆ ਨਹੀਂ। ਜੀ ਬਿਲਕੁਲ। ਪਰ ਜੋ ਹੋਇਆ ਬਹੁਤ ਜੋ ਆਮ ਅਸੀਂ ਦੇਖੀਏ, ਜੋ ਪੰਥਕ ਧਿਰਾਂ ਨੇ, ਜੋ ਜਿੰਨੀਆਂ ਵੀ ਪੰਥਕ ਚਿੰਤਤ ਪਾਰਟੀਆਂ ਨੇ ਜਾਂ ਸਿੱਖ ਸੰਗਤ, ਆਮ ਸੰਗਤ, ਉਹਨੇ ਉਸ ਘਟਨਾਕ੍ਰਮ ਨੂੰ ਬਹੁਤ ਹੀ ਗੰਭੀਰਤਾ ਨਾਲ, ਬੜੀ ਸਹਿਜਤਾ ਨਾਲ ਹਰ ਪਾਸਿਓਂ ਦੇਖਿਆ ਔਰ ਉੱਥੇ ਤੁਹਾਡੀ ਸ਼ਲਾਘਾ ਹੋ ਰਹੀ ਹੈ ਵੀ ਆਖਿਰ ਕੋਈ ਤੇ ਉੱਠਿਆ, ਕਿਸੇ ਦੇ ਖੂਨ ਨੇ ਤੇ ਉਬਾਲਾ ਮਾਰਿਆ, ਕੋਈ ਤੇ ਐਸੀ ਆਵਾਜ਼ ਬੁਲੰਦ ਹੋਈ ਹੈ ਜਿਹੜੀ ਇਸ ਇਜਲਾਸ ਦੇ ਦੌਰਾਨ ਜੁਰਤ ਰੱਖਦੀ ਹੈ ਸੱਚ ਬੋਲਣ ਦੀ ਔਰ ਕਿਸੇ ਨੂੰ ਰੋਕਣ ਦੀ, ਟੋਕਣ ਦੀ ਜੁਰਤ ਰੱਖਦੀ ਹੈ। ਸੋ ਬੀਬੀ ਜੀ, ਇਸ ਗੱਲ ਦੀ ਤੇ ਤੁਹਾਨੂੰ ਸਿੱਖ ਸੰਗਤ ਪੂਰੀ ਸ਼ਲਾਘਾ ਵੀ ਕਰ ਰਹੀ ਹੈ। ਪਰ ਇੱਥੇ ਇੱਕ ਚੀਜ਼ ਜਿਹੜੀ ਹੈ, ਮੈਨੂੰ ਵਾਕਿਆ ਨਹੀਂ ਸਮਝ ਆ ਰਹੀ, ਇਹ ਇੰਨੀ ਵੱਡੀ ਗੱਲ ਨਹੀਂ ਸੀ ਹਾਊਸ ਵਿੱਚ ਜਿੰਨੀ ਵੱਡੀ ਕਿ ਇਹ ਬਣ ਗਈ ਹੈ। ਮੈਨੂੰ ਨਹੀਂ ਲੱਗਦਾ ਇੰਨੀ ਵੱਡੀ ਗੱਲ ਸੀ। ਓਕੇ ਬੀਬੀ ਜੀ, ਜੋ ਪਿਛਲੀ ਵਾਰ ਜਿਹੜਾ ਬਜਟ ਹੈ ਪਿਛਲੇ ਸਾਲ ਦਾ, ਉਹਦੇ ਵਿੱਚ ਤਕਰੀਬਨ 12 ਅਰਬ ਦੀ ਗੱਲ ਹੁੰਦੀ ਹੈ ਜੀ, ਉਹ ਬਜਟ ਸੀ, ਔਰ ਇਸ ਵਾਰੀ 9 ਅਰਬ ਦਾ ਬਜਟ ਹੈ। ਸੋ ਸੰਗਤ ਨੂੰ 90 ਤੁਲੇ ਲਫ਼ਜ਼ਾਂ 'ਚ ਤੁਸੀਂ ਦੱਸ ਸਕਦੇ ਕਿ ਇਹ ਫਰਕ ਕੀ ਹੈ ਔਰ ਫਰਕ ਕਦ ਹੈ? ਦੇਖੋ, ਸ਼੍ਰੋਮਣੀ ਕਮੇਟੀ ਦਾ ਜਿਹੜਾ ਹਰ ਸਾਲ ਦਾ ਬਜਟ ਹੁੰਦਾ ਹੈ ਜੀ, ਉਹ ਹਰ ਗੁਰਦੁਆਰਾ ਔਰ ਹਰ ਇੰਸਟੀਟਿਊਸ਼ਨ ਜਿਹੜੀ ਕਿ ਸ਼੍ਰੋਮਣੀ ਕਮੇਟੀ ਮੈਨੇਜ ਕਰਦੀ ਹੈ, ਉਹਦਾ ਵੱਖਰਾ ਬਜਟ ਹੁੰਦਾ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ 'ਚ ਆ ਕੇ ਸਾਰਾ ਕੰਪਾਈਲ ਹੁੰਦਾ ਹੈ ਔਰ ਉਹ ਫਿਰ ਹਾਊਸ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਇਹ ਸੰਭਾਵਤ ਸਾਡੀ ਇਨਕਮ ਹੈ ਤੇ ਇਹ ਸੰਭਾਵਤ ਸਾਡਾ ਖਰਚਾ ਹੈ ਜੀ। ਕੁਝ ਤਾਂ ਖਰਚੇ ਹੁੰਦੇ ਨੇ ਜਿਹੜੇ ਸਟੈਂਡਿੰਗ ਹਨ, ਜਿਸ ਤਰ੍ਹਾਂ ਤਨਖਾਹਾਂ ਹੋ ਗਈਆਂ, ਮੇਨਟੇਨੈਂਸ ਹੋ ਗਈ, ਬਿਜਲੀ ਹੋ ਗਈ, ਦਫ਼ਤਰ ਦੇ ਖਰਚੇ, ਇਹ ਜਿਹੜੇ ਸਟੈਂਡਿੰਗ ਖਰਚੇ ਨੇ ਇਹ ਤਾਂ ਹੁੰਦੇ ਹੀ ਹੁੰਦੇ ਨੇ ਜੀ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੇਂ-ਸਮੇਂ ਤੇ ਜਿਹੋ ਜਿਹੇ ਮਾਹੌਲ ਹੁੰਦਾ ਹੈ ਉਹੋ ਜੇ ਸਹਾਇਤਾ ਵਾਸਤੇ ਕਾਫੀ ਖਰਚ ਹੋ ਜਾਂਦਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਹੁਣ ਕਰੋਨਾ ਦੇ ਵਿੱਚ ਤੁਸੀਂ ਦੇਖੋ ਲੰਗਰ ਚੱਲਦੇ ਰਹੇ ਜਾਂ ਉਸ ਤੋਂ ਪਹਿਲੇ ਵੀ ਪੀੜਤ ਹੋ ਜਾਂਦੇ ਨੇ, ਕਿਤੇ ਜਿਸ ਤਰ੍ਹਾਂ ਵੀ ਹੋ ਜਾਵੇ ਕੋਸ਼ਿਸ਼ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੀ ਵੀ ਜਿੱਥੇ ਵੀ ਮਨੁੱਖਤਾ ਦੀ ਸੇਵਾ ਹੋ ਸਕੇ ਉਹ ਕੀਤੀ ਜਾਵੇ। ਤੇ ਜਿਹੜਾ ਇਹ ਬਜਟ ਹੈ ਇਹ ਪ੍ਰੋਜੈਕਸ਼ਨ ਹੁੰਦੀ ਹੈ ਔਰ ਇਹਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਖਰਚ ਕਰਦੀ ਹੈ ਉਹ ਮੁੱਢਲੇ ਤੌਰ ਤੇ ਗੁਰਦੁਆਰਿਆਂ ਤੋਂ ਲਏ ਗਏ ਫੰਡ ਹੁੰਦੇ ਨੇ ਜੀ, ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਐਕਟ ਦੇ ਅਧੀਨ ਬਣੀ ਹੋਈ ਬਾਡੀ ਹੈ ਜੀ ਤੇ ਇਹਦੇ ਵਿੱਚ ਬਕਾਇਦਾ ਨਿਯਮ ਹਨ ਕਿ ਜੇ ਗੁਰਦੁਆਰੇ ਕੋਲ 100 ਰੁਪਈਆ ਇਨਕਮ ਹੋਈ ਉਹਦੇ 'ਚ 70 ਰੁਪਈਏ ਵਾਪਸ ਗੁਰਦੁਆਰੇ ਦੇ ਖਰਚ ਹੋਣੇ ਨੇ ਕਿਉਂਕਿ ਲੰਗਰ ਵੀ ਚੱਲਣਾ ਹੈ ਜੀ, ਸਟਾਫ ਦੀ ਤਨਖਾਹ ਹੋ ਗਈ, ਜੋੜ ਮੇਲੇ, ਬੜਾ ਕੁਝ ਉੱਥੇ ਹੁੰਦਾ ਹੈ। ਜਿਹੜਾ ਇਹ 30% ਹੁੰਦਾ ਹੈ ਇਹਦੇ 'ਚ 10% ਧਾਰਮਿਕ ਫੰਡ ਜਾਂਦਾ ਹੈ ਜੀ। ਕਈ ਗੁਰਦੁਆਰੇ ਜਿਨ੍ਹਾਂ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ ਉਹ 15% ਵੀ ਦਿੰਦੇ ਹਨ ਜੀ ਤੇ 10% ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਚਲਾਉਣ ਦਾ ਖਰਚਾ ਜਾਂਦਾ ਹੈ। ਇਸ ਤੋਂ ਇਲਾਵਾ ਟਰਸਟ ਫੰਡ ਜਿਹਦੇ ਵਿੱਚ ਕਿ ਸਕੂਲ ਕਾਲਜ ਚੱਲਦੇ ਨੇ ਔਰ ਇਸ ਤੋਂ ਇਲਾਵਾ ਹੋਰ ਛੋਟੇ ਫੰਡ ਹੁੰਦੇ ਹੈਗੇ ਜੀ ਜਿਸ ਤਰ੍ਹਾਂ ਸਿੱਖ ਇਤਿਹਾਸ ਰਿਸਰਚ ਬੋਰਡ ਹੈ ਉਹਦੀ ਐਲੋਕੇਸ਼ਨ ਹੋਏਗੀ, ਪ੍ਰਚਾਰ ਦੇ ਕਾਰਜ ਹੁੰਦੇ ਨੇ, ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਐਲੋਕੇਸ਼ਨ। ਇਸ ਕਰਕੇ ਇਹ ਬਜਟ ਇਹ ਜੋ 3 ਅਰਬ ਦਾ ਫਰਕ ਪਾਇਆ ਜਾ ਰਿਹਾ ਜੀ, ਇਹਦੇ ਨਾਲ ਐਸਜੀਪੀਸੀ ਨੂੰ ਗੁਰੂ ਦੀ ਗੋਲਕ ਨੂੰ ਨੁਕਸਾਨ ਹੈ ਕਿ ਇਹਦਾ ਫਾਇਦਾ ਹੈ? ਦੇਖੋ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਬਜਟ ਪੇਸ਼ ਹੁੰਦਾ ਰਿਹਾ ਹੈ ਇਹ ਘਾਟੇ ਦਾ ਬਜਟ ਪੇਸ਼ ਹੁੰਦਾ ਰਿਹਾ। ਠੀਕ ਹੈ, ਘਾਟੇ ਦਾ ਮਤਲਬ ਇਹ ਹੈਗਾ ਕਿ ਜਿਹੜੇ ਤੁਹਾਡੇ ਕੋਲ ਜਮ੍ਹਾਂ ਕੈਪੀਟਲ ਹੈ ਤੁਸੀਂ ਉਹਦੇ ਵਿੱਚੋਂ ਆਪਣੀਆਂ ਸੇਵਿੰਗਸ ਦੇ ਵਿੱਚੋਂ ਖਰਚਾ ਕਰ ਰਹੇ ਹੋ। ਠੀਕ ਹੈ, ਜਦਕਿ ਗੁਰਦੁਆਰਾ ਪ੍ਰਬੰਧ ਦਾ ਨਿਯਮ ਬੜਾ ਸਪਸ਼ਟ ਕਹਿੰਦਾ ਹੈ ਕਿ ਜਿਹੜਾ ਗੁਰਦੁਆਰੇ ਦਾ ਬਜਟ ਹੈ ਉਹ ਤੁਸੀਂ ਇਸ ਤਰ੍ਹਾਂ ਚਲਾਉਣਾ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦਾ ਖਰਚਾ ਚਲਾਉਂਦੇ ਹੋ। ਵੀ ਇੰਨੀ ਤੁਹਾਡੀ ਇਨਕਮ ਹੈ ਉਹਦੇ ਵਿੱਚ ਤੁਸੀਂ ਐਲੋਕੇਟ ਕਰਨਾ, ਤੁਸੀਂ ਆਪਣੀ ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰ ਸਕਦੇ। ਜੀ ਇਹੀ ਕਾਰਨ ਸੀ ਤੁਸੀਂ ਕੁਝ ਜਿੱਦਾਂ ਹੀ ਖਰਚਿਆਂ ਦੇ ਬਾਰੇ ਗੱਲ ਕੀਤੀ ਵੀ ਅਗਰ 40 ਰੁਪਏ ਗੁਰੂ ਦੀ ਗੋਲਕ 'ਚੋਂ ਆ ਰਹੇ ਤੇ 35 ਰੁਪਏ ਅਸੀਂ ਇਸ ਤਰੀਕੇ ਨਾਲ ਖਰਚ ਰਹੇ ਔਰ ਉਹਦੇ ਨਾਲ ਹੀ ਬੈਠੀ ਹੋਏ ਜਿੰਨੇ ਵੀ ਪ੍ਰਬੰਧਕ ਹੈ ਤੁਸੀਂ ਉਹਨਾਂ ਨੂੰ ਇਹ ਵੀ ਇਸ਼ਾਰਾ ਕੀਤਾ ਵੀ ਜੇਕਰ ਖਰਚਾ ਹੀ ਇੰਨਾ ਜ਼ਿਆਦਾ ਹੈਗਾ ਤੇ ਆਪਾਂ ਨੇ ਕੁਝ ਇਸ਼ਾਰੇ ਕੀਤੇ ਸੀ ਕਿ ਇਹ ਸੰਸਥਾਵਾਂ ਜਾਂ ਇਹ ਅਦਾਰੇ ਬੰਦ ਕਰ ਦਿੱਤੇ ਜਾਣ ਜਿਹੜੇ ਖਾਮਖਾ ਬੋਝ ਨੇ ਗੁਰੂ ਦੀ ਗੋਲਕ ਤੇ। ਉਹ ਕੀ ਵਾਕਿਆ ਸੀਗਾ? ਦੇਖੋ ਇਹਦੇ ਵਿੱਚ ਹੁਣ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇਹੋ ਜਿਹੇ ਖਰਚੇ ਕੀਤੇ ਜਿਹੜੇ ਬੇਲੋੜੇ ਸੀ। ਠੀਕ ਹੈ, ਕਿਉਂਕਿ ਜਦੋਂ ਸਾਡੇ ਕੋਲ ਇੱਕ ਸੀਮਤ ਸਾਧਨ ਹੈਗੇ ਜਦ ਸਾਨੂੰ ਪਤਾ ਹੈ ਕਿ ਸਾਡੇ ਕੋਲ ਇੰਨਾ ਪੈਸਾ ਹੈ ਤੇ ਸਾਨੂੰ ਉਹਦੀ ਬੈਸਟ ਯੂਟਿਲਾਈਜੇਸ਼ਨ ਕਰਨੀ ਚਾਹੀਦੀ ਹੈ। ਕਿਹੜੇ ਖਰਚੇ ਆ ਜੀ ਬੇਲੋੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਸੰਗਤ ਨੂੰ ਪਤਾ ਹੀ ਨਾ ਹੋਵੇ? ਭਾਵੇਂ ਬੇਲੋੜੇ ਖਰਚੇ ਕੰਸਟਰਕਸ਼ਨ ਦੇ ਖਰਚੇ, ਹੁਣ ਦਰਬਾਰ ਸਾਹਿਬ ਦੇ ਬਾਹਰ ਫਸਾਡ ਦਾ, ਦਰਬਾਰ ਸਾਹਿਬ ਦੇ ਆਲੇ ਦੁਆਲੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ। ਇਹ ਜੇ ਸਰਕਾਰਾਂ ਖਰਚ ਕਰਦੀਆਂ ਵੱਖਰੀ ਗੱਲ ਸੀ, ਸ਼੍ਰੋਮਣੀ ਕਮੇਟੀ ਦੇ ਫੰਡਾਂ 'ਚ ਕਰੋੜਾਂ ਖਰਚੇ ਗਏ ਪਰ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦਾ ਲੱਗਦਾ ਕਿ ਉਹਨਾਂ ਨੇ ਕੀਤੇ। ਇਹੀ ਤਾਂ ਅਫਸੋਸ ਹੈ ਜੀ, ਇਹੀ ਤਾਂ ਪੜਦਾ ਹੈ ਜਿਹੜਾ ਕਿ ਇਹ ਸਾਹਮਣੇ ਨਹੀਂ ਆਉਣ ਦੇ ਰਹੇ। ਤੁਸੀਂ ਦੇਖੋ ਦਰਬਾਰ ਸਾਹਿਬ ਦਾ ਜਿਹੜਾ ਲੰਗਰ ਹਾਲ ਦੀ ਬਿਲਡਿੰਗ ਹੈ, ਚੰਗਾ ਭਲਾ ਲੰਗਰ ਚੱਲਦਾ ਪਿਆ ਸੀ ਔਰ ਇਹੋ ਜਿਹੇ ਸਿਸਟਮ ਇੰਟਰੋਡਿਊਸ ਕਰ ਦਿੱਤਾ ਗਿਆ ਕਿ ਠੇਕੇਦਾਰਾਂ ਕੋਲੋਂ ਬਿਲਡਿੰਗਾਂ ਬਣਵਾਉਣੀਆਂ ਸ਼ੁਰੂ ਕੀਤੀਆਂ। ਕਈ ਬਿਲਡਿੰਗਸ ਇਹੋ ਜਿਹੀਆਂ ਜਿਨ੍ਹਾਂ ਦੇ ਕਾਲਜ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਉਹਨਾਂ ਉੱਤੇ ਕਾਲਜ ਖੁੱਲੇ ਨਹੀਂ। ਸੋ ਇਹ ਜਿਹੜੀ ਕੰਸਟਰਕਸ਼ਨ ਦੇ ਵਿੱਚ ਬਹੁਤ ਪੈਸਾ ਬਰਬਾਦ ਕੀਤਾ ਗਿਆ ਔਰ ਮਿਸਮੈਨੇਜਮੈਂਟ ਹੈ। ਤੁਸੀਂ ਇੰਨਾ ਵੱਡਾ ਪ੍ਰੋਜੈਕਟ ਖੋਲ੍ਹ ਲਓ ਜਿਸ ਤਰ੍ਹਾਂ ਹੁਣ ਇੱਕ ਸਪੋਜ਼ ਕਾਲਜ ਹੈ, ਠੀਕ ਹੈ, ਕਹਿਣਾ ਬਹੁਤ ਚੰਗਾ ਲੱਗਦਾ ਜੀ ਫਲਾਣੀ ਜਗ੍ਹਾ ਕਾਲਜ ਰਨ ਕਰਦੇ ਹੋ, ਪਰ ਤੁਸੀਂ ਕਾਲਜ ਤਾਂ ਰਨ ਕਰੋ ਜੇ ਉਹ ਆਪਣਾ ਖਰਚਾ ਆਪ ਕੱਢਦਾ ਹੋਵੇ ਜਾਂ ਉਸ ਕਾਲਜ ਦਾ ਕੋਈ ਮਿਸ਼ਨ ਹੋਵੇ। ਪਰ ਸਾਰੇ ਹੀ ਜਿੱਥੇ ਫੇਲ ਸਾਬਤ ਹੋ ਰਹੇ ਨੇ, ਚਿੱਟੇ ਹਾਥੀ ਸਾਬਤ ਹੋ ਰਹੇ ਨੇ ਐਸਜੀਪੀਸੀ ਵਾਸਤੇ, ਉੱਥੇ ਨਾਲ ਦੀ ਨਾਲ ਤਰ੍ਹਾਂ ਦੇ ਆਰੋਪਾਂ ਦੇ ਨਾਲ ਵੀ ਘਿਰੇ ਰਹਿੰਦੇ, ਭਾਵੇਂ ਹਸਪੀਟਲ ਵੀ ਕਿਉਂ ਨਾ ਹੋਣ, ਸਕੂਲ ਵੀ ਕਿਉਂ ਨਾ ਹੋਣ, ਚਾਹੇ ਕਾਲਜ ਵੀ ਕਿਉਂ ਨਾ ਹੋਣ। ਨਹੀਂ ਦੇਖੋ ਜਿੱਥੇ ਮਿਸਮੈਨੇਜਮੈਂਟ ਹੋਏਗੀ ਉੱਥੇ ਕਰਪਸ਼ਨ ਦੇ ਚਾਰजेस ਤਾਂ ਆਉਣਗੇ। ਜੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਇਹ ਗੱਲਾਂ ਪ੍ਰਵਾਨ ਨਹੀਂ। ਬੀਬੀ ਜੀ ਹੁਣ ਇੱਕ ਕਨਵਰ ਗਰੇਵਾਲ ਉਹਨਾਂ ਕੋ ਇੱਕ ਗਾਣਾ ਬੋਲਿਆ ਗਿਆ ਸੀ ਕਿ ਉੱਠ ਪੰਜਾਬ ਸਿਆਂ ਤੇਰੇ ਘਰ 'ਚ ਲੁਟੇਰੇ ਵੜ ਗਏ, ਤੇ ਸੰਗਤ ਨੇ ਇਹਨਾਂ ਨੂੰ ਮੋਡੀਫਾਈ ਕਰਕੇ ਤੇ ਇਹ ਗੱਲ ਕਹੀ ਹੈ ਕਿ ਹਾਂਜੀ ਜਾਗ, ਉਹਨਾਂ ਕਹਿੰਦੇ ਜਾਗ ਪੰਜਾਬ ਸਿਆਂ ਤੇਰੇ ਘਰ 'ਚ ਲੁਟੇਰੇ ਵੜ ਗਏ। ਇੱਥੇ ਕਹਿ ਰਹੇ ਨੇ ਕਿ ਜਾਗੋ ਖਾਲਸਾ ਜੀ ਐਸਜੀਪੀਸੀ 'ਚ ਲੁਟੇਰੇ ਵੜ ਗਏ। ਇਸ ਲਾਈਨ ਦੇ ਨਾਲ ਆਪਾਂ ਕਿੰਨੇ ਕੁ ਸਹਿਮਤ ਹਾਂ ਕਿ ਵਾਕਈ ਲੁੱਟ ਖਸੁੱਟ ਉੱਥੇ ਇੱਦਾਂ ਦੀ ਚੱਲਦੀ ਹੈ? ਕੋਈ ਨਹੀਂ
ਦੇਖੋ ਸ਼੍ਰੋਮਣੀ ਕਮੇਟੀ ਦੇ ਚੰਦ ਅਧਿਕਾਰੀ, ਚੰਦ ਮੁਲਾਜ਼ਮ ਕਰਪਸ਼ਨ ਕਰਦੇ ਨੇ, ਗਲਤ ਹਨ। ਉਹਦੇ ਨਾਲ ਜਿਹੜੇ 80% ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਪਏ ਜੀ 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 ਉਹ ਵੀ ਟਾਰਗੇਟ ਹੋ ਰਹੇ ਜੋ ਕਿ ਬਿਲਕੁਲ ਗਲਤ ਹੈ, ਗਲਤ ਹੈ ਉਹ। ਅੱਛਾ ਬੀਬੀ ਜੀ, ਜਿਹੜੀ 328 ਪਾਵਨ ਸਰੂਪਾਂ ਦੀ ਗੱਲ ਹੋ ਰਹੀ ਸੀ ਬਜਟ ਇਜਲਾਸ ਦੇ ਦੌਰਾਨ, ਇਹ 328 ਪਾਵਨ ਸਰੂਪਾਂ ਦੇ ਜੋ ਗੁਨਾਹਗਾਰ ਨੇ, ਅਸਲੀ ਗੁਨਾਹਗਾਰ ਨੇ, ਕਿ ਉਹਨਾਂ ਨੂੰ ਨੰਗਿਆ ਕਰਨਾ, ਉਹਨਾਂ ਨੂੰ ਬੇਨਕਾਬ ਕਰਨਾ ਔਰ ਉਹਨਾਂ ਨੂੰ ਸਜ਼ਾਵਾਂ ਦਿਵਾਉਣਾ, ਉਹਦਾ ਕੋਈ ਮੁੱਦਾ ਬਣਿਆ ਜੀ? ਉਹਦੇ ਤੇ ਕੋਈ ਗੱਲਬਾਤ ਚੱਲੀ? ਦੇਖੋ ਉਹ ਤਾਂ ਪ੍ਰਧਾਨ ਨੇ ਹਾਊਸ ਦੇ ਵਿੱਚ ਸਾਰੀ ਕੌਮ ਕੋਲੋਂ ਮਾਫੀ ਮੰਗੀ ਹੈ ਕਿ ਜੋ ਇਹ ਸਾਰਾ ਕੁਝ ਹੋਇਆ ਉਹ ਭਾਵੇਂ ਲਾਪਰਵਾਹੀ ਸੀ, ਭਾਵੇਂ ਮਿੱਥ ਕੇ ਸੀ, ਭਾਵੇਂ ਅਨਭੋਲ ਹੋਇਆ, ਜੋ ਵੀ ਹੋਇਆ ਸਭ ਚੀਜ਼ ਨੂੰ ਪਾਸੇ ਕਰਦੇ ਹੋਏ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਾਰੀ ਕੌਮ ਕੋਲੋਂ ਮਾਫੀ ਮੰਗੀ ਹੈ ਇਸ ਸਾਰੇ ਮੁੱਦੇ ਤੇ। ਉੱਥੇ ਮੈਂ ਇਹ ਮੁੱਦਾ ਰੇਜ਼ ਕੀਤਾ ਸੀ ਕਿ ਜਦੋਂ ਅਸੀਂ 300 ਗੱਲ ਤਾਂ ਅਸੀਂ 267 ਬੀੜਾਂ ਦੀ ਸ਼ੁਰੂ ਕੀਤੀ ਸੀ, ਤੇ ਜਦੋਂ ਇਹਦੀ ਪੜਤਾਲ ਕਰਵਾਈ ਗਈ, ਪੜਤਾਲੀਆ ਕਮੇਟੀ ਨੇ 328 ਬੀੜਾਂ ਕੱਢ ਦਿੱਤੀਆਂ ਜੀ। ਤੇ ਹੁਣ ਨੈਕਸਟ ਮਸਲਾ ਤਾਂ ਇਹ ਚਾਹੀਦਾ ਸੀ ਨਾ ਕਿ ਜਿਹੜੀ ਪੜਤਾਲ ਦੀ ਰਿਪੋਰਟ ਆਈ ਹੈ ਤੁਸੀਂ ਰਿਪੋਰਟ ਸਾਰੇ ਮੈਂਬਰਾਂ ਨੂੰ ਦਿਓ ਜੀ, ਕਿਉਂਕਿ ਇਹ ਜ਼ਰੂਰੀ ਤਾਂ ਨਹੀਂ ਨਾ ਕਿ ਜੋ ਪੜਤਾਲ ਰਿਪੋਰਟ ਵਿੱਚ ਜੋ ਲਿਖਿਆ ਉਹ ਪੱਥਰ ਤੇ ਲਕੀਰ ਹੋ ਗਿਆ। ਬਿਲਕੁਲ ਸਹੀ ਹੈ। ਇਹ ਵੀ ਹੋ ਸਕਦਾ ਹੈ ਕਿ ਵੀ ਕੋਈ ਅਜਿਹੇ ਤੱਥ ਹੋਣ ਜੇ ਜੋ ਉਹਨਾਂ ਦੀ ਨਜ਼ਰ ਵਿੱਚ ਨਾ ਆਏ ਹੋਣ। ਬਿਲਕੁਲ ਸੱਚ ਹੈ। ਸੋ ਇਹਦੇ ਵਿੱਚ ਕੋਈ ਹਰਜ਼ ਨਹੀਂ ਹੈ ਕਿ ਸਾਰੇ ਮੈਂਬਰਾਂ ਨੂੰ ਇੱਕ ਵਾਰ ਰਿਪੋਰਟ ਦਿੱਤੀ ਜਾਏ, ਸਾਰੇ ਮੈਂਬਰ ਰਿਪੋਰਟ ਨੂੰ ਪੜ੍ਹਨ ਜੀ, ਔਰ ਉਸ ਤੋਂ ਬਾਅਦ ਬਕਾਇਦਾ ਜਿਹੜੇ ਦੋਸ਼ੀ ਹਨ ਉਹਨਾਂ ਦੇ ਉੱਪਰ ਐਕਸ਼ਨ ਲਿਆ ਜਾਏ ਜੀ ਜੀ ਜੀ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਬੜੀ ਸਪਸ਼ਟ ਕਰਨੀ ਚਾਹਾਂਗੀ ਕਿ ਦੇਖੋ ਇਹ ਮੁੱਦਾ ਇਹੋ ਜਿਹਾ ਨਹੀਂ ਜਿਹੋ ਜਿਹਾ ਬਣ ਗਿਆ ਹੋਇਆ। ਅਸਲ ਦੇ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਉਹਦੇ ਵਿੱਚ ਹਰ ਚੀਜ਼ ਦਾ ਰਿਕਾਰਡ ਹੁੰਦਾ ਹੈ ਜੀ, ਠੀਕ ਹੈ। ਜਦੋਂ ਇੱਕ ਸਟੋਰ ਕੀਪਰ ਜਿਹਦੀ ਇਹ ਡਿਊਟੀ ਸੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬੀੜਾ ਤਿਆਰ ਹੋ ਕੇ ਆਉਂਦੀਆਂ ਉਹਨੇ ਆਪਣੇ ਕੋਲ ਸਟੋਰ ਲੈਜਰ ਦੇ ਵਿੱਚ ਨੋਟ ਕਰਨਾ ਹੈ ਕਿ ਕਿੰਨੇ ਬੀੜਾ ਉਹਦੇ ਕੋਲ ਆਈਆਂ, ਔਰ ਜਦੋਂ ਇਹ ਪਾਵਨ ਸਰੂਪ ਸੰਗਤ ਕੋਲ ਜਾਂ ਗੁਰਦੁਆਰੇ ਜਾਂਦੇ ਸੀ ਤੇ ਉਹਨੇ ਰਿਕਾਰਡ ਰੱਖਣਾ ਸੀ ਇੰਨੇ ਇੱਥੇ ਇੱਥੇ ਗਏ ਜੀ, ਠੀਕ ਹੈ। ਹੁਣ ਉਸ ਬੰਦੇ ਨੇ ਆਪਣਾ ਰਿਕਾਰਡ ਨਹੀਂ ਪੂਰਾ ਰੱਖਿਆ। ਜੇ ਉਹਨੇ ਰਿਕਾਰਡ ਨਹੀਂ ਰੱਖਿਆ ਤੇ ਜਿਹੜੇ ਉਹਦੇ ਕੋਲ ਹਿਸਾਬ ਕਿਤਾਬ ਲੈਂਦੇ ਸੀ, ਜਿੰਨੀ ਵੀ ਭੇਟਾ ਆਂਦੀ ਸੀ, ਜੇ ਭੇਟਾ ਰਹਿਤ ਜਾਂਦੀ ਹੈ ਤਾਂ ਉਹਦਾ ਧਰਮ ਪ੍ਰਚਾਰ ਕਮੇਟੀ ਉਹਦੀ ਪੇਮੈਂਟ ਕਰਦੀ ਸੀ, ਤੇ ਜੇ ਭੇਟਾ ਆਂਦੀ ਸੀ ਤੇ ਉਹ ਫਿਰ ਜਮ੍ਹਾਂ ਹੁੰਦੀ ਸੀ। ਪਰ ਬੀਬੀ ਜੀ ਸਵਾਲ ਇੱਥੇ ਨਾ ਤਾਂ ਉਹਨਾਂ ਦੇ ਲਾਲਚ ਦਾ, ਨਾ ਉਹਨਾਂ ਦੀਆਂ ਭੇਟਾਂ ਦਾ, ਨਾ ਹੀ ਇਸ ਚੀਜ਼ ਨੂੰ। ਸਵਾਲ ਇਹ ਹੈ ਕਿ ਪਾਵਰ 328 ਸਰੂਪ ਜਿਹੜੇ ਨੇ ਉਹ ਐਜ਼ ਪ੍ਰੈਜ਼ੈਂਟ ਹੁਣ ਦੀ ਗੱਲ ਕੀਤੀ ਜਾਵੇ ਮੌਜੂਦਾ ਸਥਿਤੀ 'ਚ ਕੈਸੇ ਨੇ, ਕਿੱਥੇ ਨੇ, ਕਿਹਨੂੰ ਦਿੱਤੇ? ਮੈਂ ਉਸੇ ਗੱਲ ਤੇ ਆ ਰਹੀ ਹਾਂ ਤੁਸੀਂ ਦੇਖੋ ਇਹ ਸਿਸਟਮ ਦੇ ਵਿੱਚ ਜੀ ਜਿੱਥੇ ਕਿ ਇਹ ਸਿਸਟਮ ਚੱਲਦਾ ਹੈ ਉਹਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਕਿ 328 ਬੀੜਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਤੇ ਇਹ ਦਫ਼ਤਰ ਨੇ ਦੇਖਣਾ ਸੀ ਕੀ ਗਲਤੀ ਹੋਈ ਹੈ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਜਾਏ ਆਪਣੇ ਦਫ਼ਤਰ ਨੂੰ ਜ਼ਿੰਮੇਵਾਰ ਬਣਾ ਕੇ ਤੇ ਇਹ ਆਪਣੇ ਰਿਕਾਰਡ ਦੀ ਪੜਤਾਲ ਕਰਨ ਦੇ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਦੀ ਇੱਕ ਕਮੇਟੀ ਬਣਾਤੀ, ਸਬ ਕਮੇਟੀ ਬਣਾਤੀ। ਅਸੀਂ ਉਸ ਵਕਤ 5 ਮੈਂਬਰ ਸੀ ਸ਼੍ਰੋਮਣੀ ਕਮੇਟੀ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ। ਅਸੀਂ ਪ੍ਰਧਾਨ ਨੂੰ ਲਿਖ ਕੇ ਦਿੱਤਾ ਵੀ ਜਿਨ੍ਹਾਂ ਤੁਸੀਂ ਮੈਂਬਰਾਂ ਦੀ ਸਬ ਕਮੇਟੀ ਬਣਾਈ ਹੈ, ਹੋ ਸਕਦਾ ਹੈ ਕਿ ਸਿੱਖਾਂ ਦਾ ਇਹਨਾਂ ਤੇ ਭਰੋਸਾ ਨਾ ਹੋਏ, ਤੁਸੀਂ ਇਹੋ ਜਿਹੇ ਬੰਦਿਆਂ ਦੀ ਸਬ ਕਮੇਟੀ ਬਣਾਓ ਜਿਹੜੇ ਕਿ ਗੁਰਸਿੱਖ ਹੋਣ, ਨਾਨ ਕੰਟਰੋਵਰਸ਼ੀਅਲ ਹੋਣ, ਗੱਲ ਸਮਝਦੇ ਹੋਣ। ਪ੍ਰਧਾਨ ਨੇ ਉੱਥੇ ਇਹ ਗਲਤੀ ਕੀਤੀ ਕਿ ਉਹਨਾਂ ਨੇ ਇਹ ਪੜਤਾਲ ਜਥੇਦਾਰ ਅਕਾਲ ਤਖਤ ਨੂੰ ਸੌਂਪ ਦਿੱਤੀ। ਸਿਰਫ ਪ੍ਰਧਾਨ ਨਹੀਂ, ਪ੍ਰਧਾਨ ਦੀ ਐਗਜ਼ੈਕਟਿਵ ਇਹਦੇ ਨਾਲ ਸ਼ਾਮਲ ਹੈ। ਜਿਹੜਾ ਮਸਲਾ ਅਕਾਲ ਤਖਤ ਸਾਹਿਬ ਤੇ ਜਾਣਾ ਨਹੀਂ ਸੀ ਚਾਹੀਦਾ, ਕਿਉਂਕਿ ਅਕਾਲ ਤਖਤ ਸਾਹਿਬ ਦਾ ਕੋਈ ਮਤਲਬ ਨਹੀਂ ਹੈਗਾ ਕਿ ਵੀ ਉਹ ਜਾ ਕੇ ਦਫ਼ਤਰਾਂ ਦੇ ਵਿੱਚ ਜਾ ਕੇ ਦਫ਼ਤਰੀ ਰਿਕਾਰਡ ਚੈੱਕ ਕਰਦੇ ਫਿਰਨ, ਇਹ ਤਾਂ ਉਹਨਾਂ ਦਾ ਕੰਮ ਹੀ ਨਹੀਂ ਹੈਗਾ ਜੀ ਜੀ ਜੀ। ਪਰ ਚਲੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਸੀ ਤੇ ਜਥੇਦਾਰ ਅਕਾਲ ਤਖਤ ਨੇ ਇਹ ਮਸਲਾ ਲੈ ਕੇ ਤੇ ਅੱਗੇ ਪੜਤਾਲੀਆ ਸਬ ਕਮੇਟੀ ਨੂੰ ਜੋ ਬਾਹਰ ਦੇ ਸੀ ਸ਼੍ਰੋਮਣੀ ਕਮੇਟੀ ਦਾ ਕੋਈ ਲੈਣ ਦੇਣ ਨਹੀਂ, ਉਹਨਾਂ ਦੀ ਜ਼ਿੰਮੇਵਾਰੀ ਲਾਈ। ਚਲੋ ਜਿਸ ਤਰ੍ਹਾਂ ਵੀ ਰਿਪੋਰਟ ਤਿਆਰ ਹੋਈ, ਫਿਰ ਇੱਥੇ ਵੀ ਜਥੇਦਾਰ ਜੀ ਨੇ ਬਹੁਤ ਸਿਆਣਪ ਕੀਤੀ ਕਿ ਉਹ ਆਪ ਫੇਰ ਨਹੀਂ ਇਨਵੋਲਵ ਹੋਏ। ਰਿਪੋਰਟ ਤਿਆਰ ਕਰਾ ਕੇ ਉਹਨਾਂ ਨੇ ਸਿੱਧੀ ਪ੍ਰਧਾਨ ਨੂੰ ਦਿੱਤੀ ਕਿ ਇਹ ਲਓ ਜੀ ਤੁਹਾਡੀ ਪੜਤਾਲ ਦੀ ਰਿਪੋਰਟ ਆ ਗਈ ਹੈ, ਇਹਨੂੰ ਕੋਖੋ ਤੇ ਐਕਸ਼ਨ ਲਓ। ਹੁਣ ਜਿੱਥੇ ਐਕਸ਼ਨ ਲੈਣਾ ਸੀ, ਜੇ 24 ਅਗਸਤ ਨੂੰ ਪੜਤਾਲੀਆ ਰਿਪੋਰਟ ਦਿੱਤੀ ਗਈ ਹੈ
27 ਅਗਸਤ ਨੂੰ ਐਮਰਜੈਂਸੀ ਮੀਟਿੰਗ ਐਗਜ਼ੈਕਟਿਵ ਕਮੇਟੀ ਦੀ ਹੁੰਦੀ ਹੈ, ਕਿਸੇ ਮੈਂਬਰ ਕੋਲ ਪਹੁੰਚੀ ਨਹੀਂ ਪੜਤਾਲੀਆ ਕਮੇਟੀ ਦੀ ਰਿਪੋਰਟ। ਤੁਸੀਂ 15 ਮੁਲਾਜ਼ਮਾਂ ਦੀ ਲਿਸਟ ਦੇ ਕੇ ਕਹਿੰਦੇ ਹੋ ਜੀ ਇਹਨਾਂ ਤੇ ਫੌਜਦਾਰੀ ਕੇਸ ਹੋਏਗਾ ਜੀ, ਸਖਤ ਕਾਰਵਾਈ ਹੋਏਗੀ। ਚਲੋ ਠੀਕ ਹੈ ਜੀ, ਮੰਨ ਲਿਆ, ਤੁਸੀਂ ਐਕਸ਼ਨ ਲੈ ਲਿਆ। 1 ਮਹੀਨਾ ਬੀਤ ਜਾਂਦਾ, ਤੁਸੀਂ ਕਿਸੇ ਨੂੰ ਕੋਈ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕਰਦੇ, ਉਹਨਾਂ ਨੂੰ ਆਰਡਰ ਤੱਕ ਨਹੀਂ ਦਿੰਦੇ। ਜਿਹੜੇ 16 ਮੁਲਾਜ਼ਮ ਹਨ ਨਾ ਉਹ ਸਸਪੈਂਡਡ ਹਨ, ਨਾ ਉਹ ਡਿਸਮਿਸਡ ਹਨ, ਹਵਾ 'ਚ ਲਟਕੇ ਹੋਏ ਹਨ। ਕੀ ਬਾਤ ਹੈ। ਹੁਣ ਗਲਤੀ ਇਹ ਹੋਈ ਹੈ ਕਿ ਜਦੋਂ ਤੁਸੀਂ 27 ਦੀ ਮੀਟਿੰਗ ਕਾਲ ਕੀਤੀ ਸੀ, ਉਹਦੇ ਬਜਾਏ 24 ਨੂੰ ਜਦੋਂ ਰਿਪੋਰਟ ਆਈ ਹੈ ਤੇ ਇੱਕ ਪ੍ਰਧਾਨ ਜਾਂ ਤਾਂ ਸਬ ਕਮੇਟੀ ਬਣਾਉਂਦਾ ਕਿ ਲੋ ਜੀ ਇਹਨੂੰ ਪੜੋ ਰਿਪੋਰਟ ਨੂੰ ਤੇ ਦੱਸੋ ਕੀ ਕਹਿ ਰਹੀ ਹੈ ਰਿਪੋਰਟ ਜੀ, ਕਿਉਂਕਿ 1100 ਕੁਝ ਸਫ਼ਿਆਂ ਦੀ ਜਿਹੜੀ ਰਿਪੋਰਟ ਹੈ ਉਹ ਹਰ ਕੋਈ ਤਾਂ ਨਹੀਂ ਪੜ੍ਹ ਸਕਦਾ। ਜਿਹਨੇ ਪੜ੍ਹਨਾ ਹੈ ਉਹ ਪੜ੍ਹ ਕੇ ਬਕਾਇਦਾ ਉਹਦੇ ਵਿੱਚੋਂ ਕੁਝ ਸਮਝੇ ਕੀ ਹੈਗਾ ਤੇ ਤਾਂ ਉੱਤੇ ਐਕਸ਼ਨ ਲਿਆ ਜਾਏ, ਫਿਰ ਐਕਸ਼ਨ ਤਜਵੀਜ਼ ਕਰਕੇ ਤੇ ਲਿਆ ਜਾਵੇ, ਕਿਉਂਕਿ ਮੁਲਾਜ਼ਮਾਂ ਨੂੰ ਤੁਸੀਂ ਇੰਜ ਡਿਸਮਿਸ ਨਹੀਂ ਕਰ ਸਕਦੇ। ਪਰ ਬੀਬੀ ਜੀ, ਬਹੁਤ ਸਾਰੀ ਸਿੱਖ ਸੰਗਤ ਉਹਦੇ ਮਨਾਂ 'ਚ ਜਿੱਥੇ ਗੁੱਸਾ, ਗਿਲਾ, ਰੋਸਾ ਹਰ ਚੀਜ਼ ਹੈਗੀ ਹੈ, ਪਰ ਉਹਨਾਂ ਨੂੰ ਇਹ ਜਾਣਨ ਦਾ ਤੇ ਹੱਕ ਹੈਗਾ ਨਾ ਕਿ ਉਹ 328 ਪਾਵਨ ਸਰੂਪ, ਉਹਨਾਂ ਨੂੰ ਸ਼ੱਕ ਇਹ ਹੈ ਕਿ ਕਿਤੇ ਰਾਮ ਰੀਮ ਨੂੰ ਤਾਂ ਨਹੀਂ ਭੇਜਦੇ, ਸ਼ੱਕ ਇਹ ਆ ਨੂਰ ਮਹਿਲੀ ਇਹ ਦੋਨੋਂ ਦੇਤੇ, ਸ਼ੱਕ ਇਹ ਆ ਕਿ ਉਹਨਾਂ ਡੇਰਿਆਂ ਤੇ ਨਹੀਂ ਚਲੇ ਗਏ ਜਿਨ੍ਹਾਂ ਡੇਰਿਆਂ ਤੋਂ ਕਿਸੇ ਨੂੰ ਰਾਜਨੀਤਿਕ ਫਾਇਦਾ ਹੁੰਦਾ ਹੋਵੇ ਪਰ ਉਹਨਾਂ ਦਾ ਸਿੱਖੀ ਦੇ ਨਾਲ ਵਾਸਤਾ ਨਾ ਹੋਵੇ, ਜਾਂ ਕਿਸੇ ਐਸੀ ਜਗ੍ਹਾ ਤੇ ਨਹੀਂ ਪਹੁੰਚਾ ਦਿੱਤੇ ਗਏ ਜਿਨ੍ਹਾਂ ਨੂੰ RSS ਦਾ ਹੈੱਡਕੁਆਟਰ ਕਹਿ ਦਿੱਤਾ ਜਾਂਦਾ। ਦੇਖੋ ਇਹ ਜਿਹੜੇ ਸਾਰੇ ਖਦਸ਼ੇ ਨਾ ਇਹ ਇਸ ਕਰਕੇ ਹਨ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਮ ਸਿੱਖ ਦਾ ਵਿਸ਼ਵਾਸ ਉੱਠ ਚੁੱਕਾ ਹੈ ਜੀ। ਇਹ ਹੁਣ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਜੀ। ਦੇਖੋ ਜੇ 300 ਜੋ ਸਾਨੂੰ ਅੰਦਾਜ਼ਾ ਹੈ, ਮਤਲਬ ਜਿੰਨੀ ਕੁ ਆਪਣੇ ਲੈਵਲ ਦੇ ਉੱਪਰ ਪੜਤਾਲ ਕੀਤੀ ਹੈ, ਗਿਣਤੀ ਲੰਬੀ ਹੋ ਸਕਦੀ, ਵੱਡੀ ਹੋ ਸਕਦੀ, ਗਿਣਤੀ ਦੀ ਗੱਲ ਨਹੀਂ, ਮੈਂ ਉਹ ਗੱਲ ਕਰ ਰਹੀ ਹਾਂ ਕਿ ਕਿੱਥੇ ਗਈਆਂ ਹੋਣਗੀਆਂ। ਮੈਂ ਗਿਣਤੀ ਦੀ ਗੱਲ ਨਹੀਂ ਕਰ ਰਹੀ ਕਿਉਂਕਿ ਮੇਰੇ ਕੋਲ ਦਫ਼ਤਰ ਦਾ ਕੋਈ ਰਿਕਾਰਡ ਨਹੀਂ ਹੈ, ਪਰ ਫਿਰ ਵੀ ਜਿਹੜੇ ਸੰਬੰਧਤ ਕੁਝ ਮੁਲਾਜ਼ਮ ਹਨ ਉਹਨਾਂ ਕੋਲ ਪੁੱਛ ਕੇ, ਕੁਝ ਇਹਨਾਂ ਦੀ ਵਰਕਿੰਗ ਦਾ ਪੁੱਛ ਕੇ ਗੱਲ ਇਹ ਸਮਝ ਆ ਰਹੀ ਹੈ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਦੋਂ ਪੰਜਾਬ ਤੋਂ ਬਾਹਰ ਜਾਣੀਆਂ ਹੁੰਦੀਆਂ, ਬੱਸ ਜਾਂਦੀ ਹੈ ਤੇ ਉਸ ਵੇਲੇ ਬਕਾਇਦਾ ਜੇ ਸਪੋਜ਼ 200 ਬੀੜਾਂ ਦੀ ਡਿਮਾਂਡ ਹੈ, ਦਫ਼ਤਰ ਤੋਂ ਆਰਡਰ ਆਉਂਦਾ ਹੈ, ਕਿਨੇ ਮੰਗਵਾਈ ਹੈ, ਕਿੰਨੀਆਂ ਬੀੜਾਂ ਜਾਣਗੀਆਂ, ਬਕਾਇਦਾ ਡਿਊਟੀਆਂ ਲੱਗਦੀਆਂ ਹਨ ਕਿ ਕੌਣ ਜਾਏਗਾ, ਡਰਾਈਵਰ ਕੌਣ ਹੋਏਗਾ, ਅਕਾਊਂਟਸ ਡਿਪਾਰਟਮੈਂਟ ਦੇ ਵਿੱਚ ਜਾਂਦਾ ਹੈ ਵੀ ਇੰਨੀ ਇਹਨਾਂ ਦੀ ਭੇਟਾ ਜਿਹੜੀ ਹੈ ਆਣੀ ਚਾਹੀਦੀ ਹੈ, ਇੰਨੇ ਦੇ ਚੈੱਕ ਜਮ੍ਹਾਂ ਹੋਣੇ ਚਾਹੀਦੇ ਨੇ, ਉਹ ਸਾਰੇ ਸਿਸਟਮ ਦੇ ਨਾਲ ਥੱਲੇ ਜਾਂਦਾ ਜੀ। ਗੁਰੂ ਗ੍ਰੰਥ ਸਾਹਿਬ ਦੇ ਬਕਾਇਦਾ ਗਿਣਤੀ ਕਰਕੇ ਜਿਸ ਤਰ੍ਹਾਂ ਦੀ ਵੀ ਡਿਮਾਂਡ ਹੈ ਉਸ ਹਿਸਾਬ ਸਿਰ ਬੱਸਾਂ ਦੇ ਵਿੱਚ ਸਰੂਪ ਭੇਜੇ ਜਾਂਦੇ ਨੇ। ਅੱਛਾ, ਜਦੋਂ ਇਹਨਾਂ ਬੱਸਾਂ ਨੇ ਜਾਣਾ ਹੁੰਦਾ, ਕਈ ਵਾਰ ਹੁੰਦਾ ਹੁਣ ਜੇ ਦੂਰ ਗਈ ਹੈ ਔਰ 2-3 ਦਿਨ ਦਾ ਪੜਾਅ ਹੈ ਤੇ ਫਿਰ ਉਹ ਕੀ ਕਰਦੇ ਨੇ ਕਿ ਥੋੜ੍ਹੀਆਂ 20-25 ਬੀੜਾਂ ਐਕਸਟਰਾ ਰੱਖ ਲੈਂਦੇ ਨੇ, ਕਿਉਂਕਿ ਜਦੋਂ ਤੁਸੀਂ ਕਿਤੇ ਗੁਰਦੁਆਰੇ ਰੁਕਦੇ ਹੋ ਸਕਦਾ ਲੋਕਲ ਸੰਗਤ ਆ ਜਾਵੇ, ਹੋ ਸਕਦਾ ਗੁਰਦੁਆਰੇ ਵਾਲੇ ਹੀ ਕਹਿਣ ਕਿ ਵੀ ਸਾਨੂੰ ਨਵੀਂ ਬੀੜ ਚਾਹੀਦੀ ਹੈ, ਤੇ ਫਿਰ ਜਦੋਂ ਤੁਸੀਂ ਪੜਾਅ ਕਰ ਰਹੇ ਹੋ ਤੁਸੀਂ ਇਹ ਨਹੀਂ ਕਹਿ ਸਕਦੇ ਅਸੀਂ ਤੁਹਾਨੂੰ ਬੀੜ ਨਹੀਂ ਦੇਣੀ ਜਦ ਤੁਹਾਡੀ ਬੱਸ ਭਰੀ ਹੋਈ ਹੈ, ਪਰ ਤੁਹਾਡੇ ਕੋਲ ਦਫ਼ਤਰੀ ਰਿਕਾਰਡ ਦੇ ਵਿੱਚ ਉਹ ਜਿਹੜੀ ਗਿਣਤੀ ਹੈ ਤੁਸੀਂ ਉਹ ਵੀ ਨਹੀਂ ਛੇੜ ਸਕਦੇ। ਸੋ ਇਸ ਲਈ ਇਹਨਾਂ ਨੇ ਉਹ 20-25 ਬੀੜਾਂ ਐਕਸਟਰਾ ਰੱਖਦੇ ਨੇ। ਫਿਰ ਜਦੋਂ ਬੱਸ ਸਾਰੀ ਦੇ ਕੇ ਬੀੜਾਂ ਵਾਪਸ ਆਉਂਦੀਆਂ ਨਾ ਤੇ ਜਿਹੜੀਆਂ ਐਕਸਟਰਾ ਬੀੜਾਂ ਗਈਆਂ ਹੁੰਦੀਆਂ ਉਹਦਾ ਬਕਾਇਦਾ ਹਿਸਾਬ ਦੇ ਕੇ ਤੇ ਉਹ ਜਿਹੜੀ ਭੇਟ ਹੈ ਉਹ ਅਕਾਊਂਟਸ ਡਿਪਾਰਟਮੈਂਟ ਵਿੱਚ ਚੈੱਕ ਹੁੰਦੀ ਹੈ। ਪਰ ਸਵਾਲ ਬੀਬੀ ਜੀ ਉੱਥੇ ਦਾ ਉੱਥੇ ਹੋ ਗਿਆ ਨਾ ਕਿ ਉਹ ਨਹੀਂ ਗੱਲ ਸੁਣੋ ਪੂਰੀ, ਉਹ ਜਿਹੜੀਆਂ ਅਨਅਕਾਊਂਟਡ ਬੀੜਾਂ ਜਾਂਦੀਆਂ ਨਾ ਜੀ ਉਹਨਾਂ ਦਾ ਹਿਸਾਬ ਮਿਸਿੰਗ ਹੈ। ਅੱਛਾ, ਮਤਲਬ ਇਹ ਗੱਲ ਸਮਝ ਵਿੱਚ ਆ ਰਹੀ ਹੈ, ਉਹ ਗਈਆਂ ਤਾਂ ਇੱਕ 2 ਕਰਕੇ ਹੀ ਹਨ ਜੀ, ਔਰ ਗਈਆਂ ਵੀ ਪੰਜਾਬ ਤੋਂ ਬਾਹਰ ਹੀ ਹਨ ਜੀ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿੱਥੇ ਵੀ ਬੀੜ ਜਾਂਦੀ ਹੈ ਸਭ ਕੁਝ ਅਕਾਊਂਟਡ ਹੈਗਾ। ਜੀ। ਅੱਛਾ, ਇਹ ਜਿਹੜੇ ਵਿਰੋਧ ਕਰਨ ਵਾਲੇ ਮੈਂਬਰ ਸੀ SGPC ਮੈਂਬਰ ਇਸ ਮਸਲੇ ਨੂੰ ਲੈ ਕੇ ਦਬਾਅ ਨਹੀਂ ਬਣਾ ਪਾ ਰਹੇ SGPC ਪ੍ਰਧਾਨ ਦੇ ਉੱਪਰ ਜਾਂ ਉਸ ਅੰਤਰਿਮ ਕਮੇਟੀ ਦੇ ਉੱਪਰ ਜਾਂ ਉਸ ਜਿਹੜੀ ਕਮੇਟੀ ਜਾਂਚ ਕਰ ਰਹੀ ਹੈ ਉਹਦੇ ਉੱਪਰ ਵੀ ਸਾਨੂੰ ਦੱਸੋ ਤੇ ਸਹੀ, ਸੰਗਤ ਨੂੰ ਦੱਸੋ, ਕੌਮ ਪੁੱਛਦੀ ਪਈ ਹੈ। ਤੁਸੀਂ 4 ਮੈਂਬਰ ਜਾਂ ਤੇ ਤੁਸੀਂ ਕੀ ਸਮਝਦੇ ਪਏ ਹੋ ਵੀ ਜੇਕਰ SGPC ਦੇ ਪ੍ਰਧਾਨ ਨੂੰ ਜਾਂ ਚੰਦ ਲੋਕਾਂ ਨੂੰ ਜਵਾਬ ਦੇ ਦਿੱਤਾ ਤੇ ਸਿੱਖ ਕੌਮ ਨੂੰ ਜਵਾਬ ਦਿੱਤਾ ਹੈ? ਦੇਖੋ, ਸ਼੍ਰੋਮਣੀ ਕਮੇਟੀ ਕੌਮ ਨੂੰ ਜਵਾਬ ਦੇ ਹੈ ਜੀ, ਜਵਾਬ ਤਾਂ ਦੇਣਾ ਪਏਗਾ ਔਰ ਅਸੀਂ ਵੀ ਜਵਾਬ ਮੰਗ ਰਹੇ ਹਾਂ। ਮੈਂ ਹਾਊਸ ਦੇ ਵਿੱਚ ਵੀ ਇਹੀ ਗੱਲ ਕਹੀ ਸੀ ਜੀ ਕਿ ਜਿਹੜੀ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਆਈ ਹੈ ਜੀ ਉਸ ਰਿਪੋਰਟ ਨੂੰ ਪਬਲਿਕ ਕੀਤਾ ਜਾਏ। ਪਬਲਿਕ ਨਾ ਵੀ ਕਰੋ, ਘੱਟੋ ਘੱਟ ਮੈਂਬਰਾਂ ਨੂੰ ਤਾਂ ਦਿਓ। ਪਰ ਐਸੀ ਕਿਹੜੀ ਤੁਹਾਡੇ ਮਨ ਨੂੰ ਗੱਲ ਲੱਗੀ ਜਿਹਦੇ ਕਰਕੇ ਤੁਹਾਨੂੰ ਕਹਿਣਾ ਪਿਆ ਵੀ ਪੂਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ? ਦੇਖੋ, ਅੱਜ ਜਿਹੜਾ ਸਿੱਖ
ਸਿਰਫ ਪੰਜਾਬ 'ਚ ਨਹੀਂ ਵਸ ਰਿਹਾ। ਜੀ ਅੱਜ ਬਹੁਤ ਗਿਣਤੀ ਵੱਡੀ ਸਿੱਖਾਂ ਦੀ ਪੰਜਾਬ ਤੋਂ ਬਾਹਰ ਵੀ ਵਸ ਰਹੀ ਹੈ। ਬਿਲਕੁਲ ਵਿਦੇਸ਼ਾਂ 'ਚ। ਔਰ ਕਿਉਂਕਿ ਉਹ ਵਿਦੇਸ਼ਾਂ ਵਿੱਚ ਹਨ, ਕਿਉਂਕਿ ਉਹ ਇੱਥੇ ਵੋਟ ਨਹੀਂ ਪਾ ਸਕਦੇ, ਇਹਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਉਹਨਾਂ ਦੀ ਸੰਸਥਾ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਜਵਾਬ ਨਹੀਂ। ਜੇ ਅਸੀਂ ਸਿੱਖਾਂ ਦੀ ਕੌਮ ਦੀ ਸੰਸਥਾ ਤੇ ਅਸੀਂ ਕੌਮ ਨੂੰ ਜਵਾਬ ਦੇ ਆ, ਸਿੱਖ ਜਿੱਥੇ ਮਰਜ਼ੀ ਬੈਠਾ ਹੋਵੇ, ਵਿਸ਼ਵ ਦੇ ਕਿਸੇ ਕੋਨੇ 'ਚ ਵੀ ਸਿੱਖ ਕਿਉਂ ਨਹੀਂ ਬੈਠਾ। ਫਿਰ ਅੱਜ ਦੇ ਜਿਹੜੇ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਜਦੋਂ ਹਰ ਗੱਲ ਜਿਹੜੀ ਹੈ ਮਿੰਟੋ ਮਿੰਟੀ ਪਹੁੰਚ ਜਾਂਦੀ ਹੈ ਜੀ, ਤੇ ਦੇਖੋ ਜਿਹੜੀ ਸਾਡੀ ਬਦਨਾਮੀ ਹੋਈ ਉਹ ਵੀ ਤਾਂ ਸਾਰੀ ਦੁਨੀਆ ਦੇ ਸਿੱਖਾਂ ਦੇ ਵਿੱਚ ਹੋਈ, ਅਸੀਂ ਕਿਉਂ ਨਹੀਂ ਜਵਾਬ ਦੇ। ਜਿਹੜੀ ਗੱਲ ਤੁਹਾਨੂੰ ਫੀਲ ਹੋ ਰਹੀ ਹੈ, ਬੀਬੀ ਕਰਨਜੀਤ ਕੌਰ ਨੂੰ ਫੀਲ ਹੋਈ ਹੈ, ਸੇਵਾ ਸਿੰਘ ਸੇਖਵਾਂ ਨੂੰ ਫੀਲ ਹੋਈ ਹੈ, ਬੈਂਸ ਸਾਹਿਬ ਨੂੰ ਫੀਲ ਹੋਈ, ਜਾਂ ਉਹ 17 ਮੈਂਬਰ ਜਿਨ੍ਹਾਂ ਨੂੰ ਇਸ ਗੱਲ ਤੇ ਵਿਰੋਧ ਜਤਾ ਰਹੇ ਉਹਨਾਂ ਨੂੰ ਫੀਲ ਹੋਈ ਹੈ, ਇਹ ਬਾਕੀਆਂ ਨੂੰ ਫੀਲ ਕਿਉਂ ਨਹੀਂ ਹੋ ਰਹੀ? ਇਹ ਤਾਂ ਉਹੀ ਜਵਾਬ ਦੇਣ ਜੀ। ਫਿਰ ਵੀ ਮੈਂ ਮੰਨਣਾ ਹੈ, ਪਰ ਇਹ ਚੀਜ਼ ਤੁਹਾਡੇ ਮਨ 'ਚ ਪੀੜਾ ਹੈ, ਤੁਹਾਨੂੰ ਇਹ ਦਰਦ ਨੂੰ ਲੈ ਕੇ ਤੁਸੀਂ ਸੰਗਤ ਦੇ ਸਾਹਮਣੇ ਆਏ ਹੋ, ਪਰ ਇਹੀ ਦਰਦ ਜਿਹੜਾ ਨੁਮਾਇੰਦਿਆਂ ਦਾ ਫਰਜ਼ ਬਣਦਾ ਸੀ। ਅਸੀਂ ਕਹਿੰਦੇ ਕਿ ਜਿੰਨੀ ਵੱਡੀ ਕੁਰਸੀ ਹੁੰਦੀ ਹੈ ਉਹਨਾਂ ਵੱਡਾ ਭਾਰ ਹੁੰਦਾ, ਉੱਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕੁਰਸੀ ਨੂੰ ਕਿਤੇ ਏਡੀ ਜਿਹੜੀ ਹੈ ਨਾ ਮੌਜ ਮਸਤੀ ਵਾਲੀ ਚੀਜ਼ ਨਾ ਸਮਝਿਆ ਜਾਵੇ, ਜਾਂ ਕਿਤੇ ਇਹ ਹੈ ਕਿ ਟੌਟ ਪੱਕੇ ਵਾਲੀ ਚੀਜ਼ ਨਾ ਸਮਝਿਆ ਜਾਵੇ, ਪਰ ਉਹ ਜਿੱਡਾ ਵੱਡਾ ਅਹੁਦਾ ਓਡੀ ਵੱਡੀ ਜ਼ਿੰਮੇਵਾਰੀ ਹੋ ਜਾਂਦੀ। ਮੈਂ ਇਹੀ ਪੁੱਛਣਾ ਚਾਹੁੰਦਾ ਕਿ ਆਖਿਰ ਜਿਹੜੀ ਚੀਜ਼ ਤੁਹਾਨੂੰ ਔਰ ਤੁਹਾਡੇ ਸਾਥੀਆਂ ਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਗਲਤ ਹੈ, ਉਸੇ ਚੀਜ਼ ਨੂੰ ਲੈ ਕੇ ਮੋਰਚੇ 'ਚ ਬੈਠੇ ਲੋਕ ਵੀ ਇਹੋ ਕਹਿ ਰਹੇ ਨੇ, ਪਰ ਇਹਨਾਂ ਸਾਰਿਆਂ ਦੇ ਜਵਾਬ ਪ੍ਰਧਾਨ ਸਾਹਿਬ ਕਿਉਂ ਨਹੀਂ ਦੇ ਪਾ ਰਹੇ? ਕੀ ਕਾਰਨ ਸਮਝਦੇ? ਇਹ ਤਾਂ ਪ੍ਰਧਾਨ ਸਾਹਿਬ ਬਿਹਤਰ ਦੱਸ ਸਕਦੇ ਨੇ ਜੀ, ਅਸੀਂ ਤਾਂ ਤੁਹਾਨੂੰ ਹੱਲ ਵੀ ਦੱਸ ਰਹੇ ਹਾਂ, ਅਸੀਂ ਤਾਂ ਗੱਲ ਬੜੀ ਓਪਨਲੀ ਗੱਲ ਕਰ ਰਹੇ ਹਾਂ। ਜਵਾਬ ਤੇ ਉਹਨਾਂ ਹੀ ਦੇਣਾ ਨਹੀਂ, ਇੱਕ ਆਪਣੇ ਤੌਰ ਤੇ ਹੁੰਦਾ ਕਿ ਇਹ ਕਾਰਨ ਹੋ ਸਕਦਾ। ਜਿੱਦਾਂ ਮੈਨੂੰ ਕੋਈ ਪੁੱਛੇ ਵੀ ਤੁਸੀਂ ਬੀਬੀ ਜੀ ਕੋ ਗਏ ਜਾਂ ਗੱਲ ਹੋਈ ਤੇ ਇਹਦਾ ਜਵਾਬ ਨਹੀਂ, ਤਾਂ ਮੈਂ ਦੱਸ ਸਕਦਾ ਵੀ ਅੰਦਾਜ਼ੇ ਨਾਲ, ਪਰ ਤੁਸੀਂ ਉੱਥੇ ਬੈਠਦੇ ਹੋ, ਤੁਹਾਨੂੰ ਲੱਗਦਾ ਕਿ ਪ੍ਰਧਾਨ ਜੀ ਕਿੰਨਾ ਕਾਰਨਾਂ ਕਰਕੇ ਚੁੱਪ ਹੈ। ਹੁਣ ਮੈਂ ਆਪਣੇ ਮੂੰਹੋਂ ਉਹ ਸ਼ਬਦ ਨਹੀਂ ਪ੍ਰਧਾਨ ਵਾਸਤੇ ਕੱਢਣਾ ਚਾਹੁੰਦੀ, ਮੈਂ ਸਿਰਫ ਇੰਨਾ ਕਹਾਂਗੀ ਕਿ ਵੀ ਇਸ ਵੇਲੇ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਨ, ਇਹ ਇੰਨੀ ਵੱਡੀ ਜ਼ਿੰਮੇਵਾਰੀ ਸਾਂਭਣ ਦੇ ਕਾਬਲ ਨਹੀਂ ਹਨ। ਠੀਕ ਹੈ, ਇਹੀ ਕਾਰਨ ਸੀ ਸ਼ਾਇਦ ਕਿ ਤੁਹਾਨੂੰ ਚੁੱਪ ਕਰਾਇਆ ਜਾ ਰਿਹਾ ਸੀ। ਇਹ ਗੱਲ ਤਾਂ ਤੁਸੀਂ ਮਾਈਕ ਤੇ ਵੀ ਕਹਿ ਦਿੱਤੀ ਹੈ, ਜਦੋਂ ਇਜਲਾਸ ਦੇ ਵਿੱਚ ਵੀ ਗੱਲ ਹੋਈ ਹੈ ਤੇ ਉੱਥੇ ਇਹ ਗੱਲ ਤੇ ਸ਼ੰਕੇ ਇਹ ਵੀ ਦੂਰ ਕਰ ਹੀ ਦਿੱਤੇ ਤੁਸੀਂ। ਜਦੋਂ ਤੁਸੀਂ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਅਰਦਾਸ ਕਰਕੇ ਇਜਲਾਸ ਸ਼ੁਰੂ ਕਰ ਰਹੇ ਹੋ, ਵਾਹਿਗੁਰੂ ਅੰਗ ਸੰਗ ਹੈ, ਉੱਥੇ ਨਹੀਂ ਸੱਚ ਬੋਲੋਗੇ ਤੇ ਕਿੱਥੇ ਬੋਲੋਗੇ? ਅੱਛਾ ਬੀਬੀ ਜੀ, ਅੰਮ੍ਰਿਤ ਛਕ ਕੇ ਜਿਹੜੇ ਲੋਕ ਗੁਰੂ ਦੀ ਹੁਜ਼ੂਰੀ 'ਚ, ਗੁਰੂ ਦੀ ਹਾਜ਼ਰੀ 'ਚ ਝੂਠ ਬੋਲਣ, ਤੁਹਾਡੀ ਨਜ਼ਰਾਂ 'ਚੋਂ ਕੌਣ ਨੇ? ਦੇਖੋ ਜੀ, ਇਹ ਰਹਿਤ ਮਰਿਆਦਾ ਅਨੁਸਾਰ ਤਾਂ ਉਹਨਾਂ ਨੂੰ ਤਨਖਾਹੀਆ ਕਿਹਾ ਜਾਂਦਾ, ਪਰ ਇਹਦੇ ਨਾਲ ਸਿੱਖ ਕੌਮ 'ਚ ਕੀ ਅਕਸ ਜਾਂਦਾ ਹੋਏਗਾ ਵੀ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਏਡੇ ਵੱਡੇ ਪਾਵਨ ਅਸਥਾਨ ਗੁਰੂ ਰਾਮਦਾਸ ਜੀ ਦੇ ਅਸਥਾਨ ਦੇ ਉੱਤੇ ਬੈਠੇ ਨੇ, ਔਰ ਉੱਥੇ ਅੰਮ੍ਰਿਤਧਾਰੀ ਕੁਝ ਲੋਕ ਨਿੱਜੀ ਮਫਾਦਾਂ ਦੀ ਕਰਕੇ ਝੂਠ ਬੋਲਦੇ ਨੇ ਗੁਰੂ ਸਾਹਿਬ ਦੀ ਹਾਜ਼ਰੀ 'ਚ। ਮੈਂ ਉਹੀ ਚੀਜ਼ ਨੂੰ ਹੈਰਾਨਾ ਕਿ ਜਨਤਾ, ਸੰਗਤ ਜਾਂ ਲੋਕ ਉਹਨੂੰ ਕਿਸ ਨਜ਼ਰੀਏ ਨਾਲ ਲੈਣ। ਅਸੀਂ ਤਾਂ ਕਹਿੰਦੇ ਕਿ ਅੰਮ੍ਰਿਤਧਾਰੀ ਤੇ ਇੰਨਾ ਯਕੀਨ ਕਰਦੇ, ਲੋਕ ਕਹਿੰਦੇ ਇਹਦੀ ਗੱਲ ਤੇ ਯਕੀਨ ਕਰੋ, ਇਹਨੇ ਜੋ ਮੂੰਹ ਚੋਂ ਕਿਹਾ ਸੱਚ ਹੋਏਗਾ। ਕਿਉਂ? ਕਿਉਂਕਿ ਇਹਨੇ 10ਵੇਂ ਪਾਤਸ਼ਾਹ ਦਾ ਅੰਮ੍ਰਿਤ ਛਕਿਆ, ਗੁਰੂ ਮਹਾਰਾਜ ਦਾ ਅੰਮ੍ਰਿਤ ਪਾਨ। ਦੇਖੋ, ਜਿਹੜਾ ਸਮਾਜ ਦੇ ਵਿੱਚੋਂ ਜਿਹੜੇ ਵਿਅਕਤੀ ਆਉਂਦੇ ਨਾ, ਜਿਹੋ ਜਿਹਾ ਸਮਾਜ ਦਾ ਵਰਤਾਰਾ ਉਹੋ ਜਿਹਾ ਅਸਰ ਹੁੰਦਾ ਹੀ ਹੁੰਦਾ ਹੈ। ਹੁਣ ਤੁਹਾਨੂੰ ਮੈਂ ਦੱਸਾਂ, ਜਦੋਂ ਅੰਗਰੇਜ਼ਾਂ ਦਾ ਸਮਾਂ ਸੀ, ਉਸ ਵਕਤ ਅਕਾਲੀਆਂ ਦਾ ਕੈਰੈਕਟਰ ਇੰਨਾ ਉੱਚਾ ਸੀ ਕਿ ਮੈਨੂੰ ਹੁਣ ਉਹ ਯਾਦ ਨਹੀਂ ਆ ਰਿਹਾ, ਇੱਕ ਅੰਗਰੇਜ਼ ਜੱਜ ਸੀ, ਉਹਦੇ ਕੋਲ ਇੱਕ ਅਕਾਲੀ ਸਰਦਾਰ ਬਖਸ਼ੀਸ਼ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਮ ਜੀ, ਉਹਨਾਂ ਨੇ ਕੋਈ ਕੋਰਟ ਦੇ ਵਿੱਚ ਜਾ ਕੇ ਗਵਾਹੀ ਦਿੱਤੀ ਸੀ, ਔਰ ਜੱਜ ਦੇ ਇਹ ਕਮੈਂਟ ਸੀ ਕਿ ਇਹ ਸਿੱਖ ਹੈ, ਸੱਚ ਬੋਲਦਾ ਹੈ। ਬਿਲਕੁਲ, ਮੈਨੂੰ ਮੇਰੀ ਗੱਲ ਦਾ ਜਵਾਬ ਮਿਲ ਗਿਆ। ਇਹ ਉਸ ਵਕਤ ਇਹ ਸਾਡਾ ਕਿਰਦਾਰ ਸੀ। ਅੱਜ ਆਮ ਸਿੱਖ ਕੀ ਇਸ ਕਿਰਦਾਰ ਨੂੰ ਐਪਰੀਸ਼ੀਏਟ ਕਰਦਾ ਹੈ? ਤੁਸੀਂ ਉਹੋ ਜਿਹਾ ਹੋਣਾ ਤਾਂ ਵੱਖਰੀ ਗੱਲ ਹੈ ਕਿ ਇੱਕ ਆਮ ਜਿਹੜਾ ਸਿੱਖ ਹੈ, ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਉਂਗਲ ਚੁੱਕ ਰਿਹਾ ਹੈ, ਜਿਹੜੇ ਦੂਸਰੇ ਅੰਮ੍ਰਿਤਧਾਰੀਆਂ ਤੇ ਉਂਗਲ ਚੁੱਕ ਰਿਹਾ ਹੈ, ਕੀ ਉਹਦੇ ਆਪਣੇ ਕੈਰੈਕਟਰ ਵਿੱਚ ਇਹ ਗੱਲਾਂ ਹਨ? ਬਿਲਕੁਲ ਬਿਲਕੁਲ ਸਹੀ ਗੱਲ ਹੈ। ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਇਹ ਤਾਂ ਦੇਖੋ, ਇਹ ਉਂਗਲ ਚੱਕੀ ਆ, 3 ਤੁਹਾਡੇ ਵੱਲ ਵੀ ਹੈਗੀਆਂ, ਪਹਿਲਾਂ ਆਪਣੇ ਅੰਦਰ ਝਾਤੀ ਮਾਰੋ। ਆਪਾਂ ਉਸ ਲਾਇਕ ਹੈ ਕਿ ਸਾਨੂੰ ਕੋਈ ਸਵਾਲ ਕਰੇ ਤੇ ਅਸੀਂ ਉਹ 'ਚ ਕਹੀਏ ਕਿ ਭਾਈ ਤੇਰੇ ਹਰ ਸਵਾਲ ਦਾ ਜਵਾਬ ਅਸੀਂ ਹਾਂ। ਪਰ ਬੀਬੀ ਜੀ, ਉੱਥੇ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਨੇ ਇਜਲਾਸ ਦੇ ਵਿੱਚ, ਔਰ ਉਹਨਾਂ ਦੇ ਨਾਲ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਹੋਇਆ, ਸਜ਼ਾ ਲਗਾਈ ਹੈ ਜਿਨ੍ਹਾਂ ਨੂੰ। ਇਹ ਵਾਜਿਬ ਹੈ? ਇੱਦਾਂ ਬੈਠ ਸਕਦੇ ਆਪਾਂ?
ਬਿਲਕੁਲ ਜੀ, ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਹੈ ਉਹਦੇ ਵਿੱਚ 5 ਤਖਤਾਂ ਦੇ ਜਿਹੜੇ ਜਥੇਦਾਰ ਹਨ ਉਹ ਐਕਸ ਆਫੀਸ਼ੀਓ ਮੈਂਬਰ ਹੁੰਦੇ ਨੇ, ਉਹਨਾਂ ਦੇ ਕੋਈ VOTING ਰਾਈਟਸ ਨਹੀਂ ਹੁੰਦੇ, ਪਰ ਉਹ ਐਕਸ ਆਫੀਸ਼ੀਓ ਮੈਂਬਰ ਹੁੰਦੇ ਨੇ ਕਿਉਂਕਿ ਇਹ ਇੱਕ ਪੰਥਕ ਜਥੇਬੰਦੀ ਹੈ ਜਿਹਦੇ ਵਿੱਚ ਉਹ ਹਾਜ਼ਰ ਹਨ। ਮੈਂ ਤੁਹਾਡੇ ਜਵਾਬ ਉਸੇ ਤੇ ਜਵਾਬ ਤੇ ਆ ਰਹੀ ਹਾਂ। ਤੇ ਜਿਹੜੀ ਜਥੇਦਾਰ ਜੀ ਨੇ ਤਨਖਾਹ ਲਾਈ ਸੀ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ, ਉਹਨਾਂ ਸਾਰਿਆਂ ਨੂੰ ਇਸ ਬਜਟ ਇਜਲਾਸ ਵਾਸਤੇ ਛੋਟ ਦਿੱਤੀ ਗਈ ਸੀ, ਇਸ ਕਰਕੇ ਉਹ ਸ਼ਾਮਲ ਸੀ, ਹਾਂ, ਨਾਲ ਬਰਾਬਰ ਬੈਠੇ ਹੋਏ ਸੀ, ਇਸੇ ਇੱਕ ਕਾਰਨ ਸੀ। ਅੱਛਾ ਬੀਬੀ ਜੀ, ਜਿਵੇਂ SGPC ਤੁਸੀਂ ਵੀ ਮੈਂਬਰ ਹੋ, ਇਸੇ ਤਰ੍ਹਾਂ ਬਾਕੀ SGPC ਮੈਂਬਰ ਵੀ ਨੇ, ਉਹਨਾਂ ਨੂੰ SGPC ਵੱਲੋਂ ਸਹੂਲਤ ਦੇ ਤੌਰ ਤੇ ਜਿਹੜੀ ਗੱਡੀ ਹੈ ਉਹ ਦਿੱਤੀ ਜਾਂਦੀ ਜਾਂ ਕੁਝ ਹੋਰ ਜਿਹੜੀਆਂ ਸੇਵਾਵਾਂ? ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਅਸੀਂ ਸ਼੍ਰੋਮਣੀ ਕਮੇਟੀ ਮੈਂਬਰ ਆ, ਘਰੋਂ ਖਰਚਾ ਕਰਕੇ ਆਪਣੀ ਗੱਡੀ ਤੇ ਜਾਈਦਾ। ਅਸੀਂ ਕੁਝ ਲੋਕ ਦੇਖਦੇ ਹਾਂ SGPC ਮੈਂਬਰ ਜਿਹੜੇ ਨੇ, ਜਿੱਦਾਂ ਕੁਝ ਗੁਰਦੁਆਰਿਆਂ ਦੇ ਇੰਚਾਰਜ ਲਗਾਏ ਜਾਂਦੇ ਨੇ, ਉਹਨਾਂ ਨੂੰ SGPC ਵੱਲੋਂ ਗੱਡੀ ਮਿਲਦੀ ਹੈ ਇੱਕ? ਨਹੀਂ, ਮੁਲਾਜ਼ਮ ਜਿਹੜਾ ਹੈ ਸ਼੍ਰੋਮਣੀ ਕਮੇਟੀ ਦਾ, ਜਿਹੜਾ ਮੁਲਾਜ਼ਮ ਹੈ ਉਹਨੂੰ ਆਪਣੀ ਡਿਊਟੀਆਂ ਨਿਭਾਉਣ ਵਾਸਤੇ ਭਾਵੇਂ ਗੱਡੀ ਮਿਲੇ, ਮੈਂਬਰਾਂ ਨੂੰ ਕੁਛ ਨਹੀਂ ਮਿਲਦਾ, ਨਾ ਕੋਈ ਤਨਖਾਹ, ਨਾ ਕੋਈ ਭੱਤਾ, ਨਾ ਕੋਈ ਟੈਲੀਫੋਨ ਦਾ ਬਿੱਲ। ਜੇ ਮੀਟਿੰਗ ਵਾਸਤੇ ਆਣਾ ਤੇ ਸਫ਼ਰ ਖਰਚ ਮਿਲ ਸਕਦਾ, ਪਰ ਜ਼ਿਆਦਾਤਰ ਮੈਂਬਰ ਉਹ ਵੀ ਨਹੀਂ ਲੈਂਦੇ। ਜੀ ਮਤਲਬ ਆਲ ਓਵਰ ਫਿਰ ਕਿਸੇ ਕੋ ਸੇਵਾ ਹੈਗੀ ਹੈ ਨਾ? ਨਹੀਂ। ਅੱਛਾ, ਕਿਸੇ SGPC ਮੈਂਬਰ ਕੋਲ ਕੋਈ SGPC ਮੈਂਬਰ ਤਨਖਾਹ ਨਹੀਂ ਲੈਂਦਾ, ਕੋਈ ਖਰਚਾ ਨਹੀਂ ਲੈਂਦਾ। ਅੱਛਾ, ਇੱਕ ਮੈਂ ਇਹ ਜਾਨਣਾ ਚਾਹਾਂਗਾ, ਕੋਈ ਰਾਜਨੀਤਿਕ ਪਾਰਟੀ ਵੀ ਹੋਵੇ, ਗੁਰੂ ਘਰ ਦਾ ਲੰਗਰ ਜਿਹੜਾ ਹੈ ਉਹ ਸੰਗਤ ਵਾਸਤੇ ਹੁੰਦਾ ਹੈ ਕਿ ਜਾਂ ਕਿਸੇ ਰਾਜਨੀਤਿਕ ਪਾਰਟੀ ਦੇ ਪ੍ਰੋਪੋਗੰਡੇ ਵਾਸਤੇ ਹੁੰਦਾ, ਜਾਂ ਜਿੱਥੇ ਮੰਨ ਲਓ ਕੋਈ ਰੈਲੀ ਹੈ, ਕਿਸੇ ਰਾਜਨੀਤਿਕ ਪਾਰਟੀ ਦੀ ਰੈਲੀ ਹੈ, ਲੇਕਿਨ ਲੰਗਰ ਗੁਰੂ ਘਰਾਂ ਤੋਂ ਜਾਵੇ ਜਾਂ ਗੁਰੂ ਘਰ ਦਾ ਹੋਵੇ, ਔਰ ਉੱਥੇ ਡਿਊਟੀ ਵੀ ਗੁਰੂ ਘਰ ਦੇ ਲੋਕ ਦੇਣ, ਖਾਸ ਕਰਕੇ SGPC ਦੇ ਮੈਂਬਰ ਮੁਲਾਜ਼ਮ ਜਾਣ ਦੇਣ, ਇੱਦਾਂ ਹੋ ਸਕਦਾ ਹੈ? ਇਹ ਹੈ ਕਿਤੇ ਕੀ ਇੱਦਾਂ ਹੁੰਦਾ ਵੀ? ਇਹ ਵੀ ਦੱਸ ਦਿਓ ਥੋੜ੍ਹਾ ਜਿਹਾ ਵੀ ਕਿ ਇੱਦਾਂ ਹੁੰਦਾ, ਕਰਦਾ ਕੋਈ ਕਿਸੇ ਲਈ? ਦੇਖੋ, ਅਸੀਂ ਮੀਡੀਆ ਵਿੱਚ ਇਹੋ ਜਿਹੀਆਂ ਗੱਲਾਂ ਸੁਣੀ ਦੀਆਂ, ਪਰ ਸਾਡੇ ਆਪਣੇ ਸਟਾਫ ਦੇ ਮੂੰਹੋਂ ਕਦੀ ਅਸੀਂ ਇਹ ਗੱਲਾਂ ਸੁਣੀਆਂ ਨਹੀਂ। ਜੀ ਬਿਲਕੁਲ ਹੈ। ਪਰ ਕੁਝ ਖਾਸ ਸਾਡੇ ਦਰਸ਼ਕਾਂ ਨੂੰ, ਜਿਵੇਂ ਅਕਸਰ ਅਸੀਂ ਦੇਖਦੇ ਕਿ SGPC ਮੈਂਬਰਾਂ ਦੇ ਬਾਰੇ ਜ਼ਿਕਰ ਆ ਜਾਂਦਾ ਕਿ ਉਹ SGPC ਔਰ ਖਾਸ ਕਰਕੇ ਜਿਹੜੇ ਗੁਰੂ ਦੀ ਗੋਲਕ ਹੈ ਉਹਦੀ ਦੁਰਵਰਤੋਂ ਹੁੰਦੀ ਹੈ, ਪਰ ਨਹੀਂ ਹੈ। ਜਿਵੇਂ ਗੱਡੀਆਂ ਦਾ ਜ਼ਿਕਰ ਹੋਇਆ ਤਾਂ ਗੱਡੀਆਂ ਹਰ ਇੱਕ ਦੀਆਂ ਆਪੋ ਆਪਣੀਆਂ ਹੁੰਦੀਆਂ ਨੇ, ਔਰ ਜਿੰਨੇ ਵੀ SGPC ਮੈਂਬਰ ਹੈ ਜੀ, ਉਹਨਾਂ ਦੇ ਜਿਹੜੇ ਜ਼ਿਆਦਾਤਰ ਆਕਾ ਨੇ ਕਿ ਰਾਜਨੀਤਿਕ ਪਾਰਟੀ, ਜਿੱਦਾਂ ਹੁਣ SGPC ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਹੀ SGPC ਤੇ SGPC ਸ਼੍ਰੋਮਣੀ ਅਕਾਲੀ ਦਲ ਇੱਦਾਂ ਵਰਸਸ ਕਰ ਦਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਇਹ 'ਚ ਕਿੰਨੀ ਕੁ ਦਖਲਅੰਦਾਜ਼ੀ ਹੈ ਇਸ ਵਿੱਚ? ਇਹਨੂੰ ਸਮਝਣ ਵਾਸਤੇ ਨਾ ਤੁਹਾਨੂੰ ਇਤਿਹਾਸ ਵਿੱਚ ਜਾਣਾ ਪਏਗਾ, ਕਿਉਂਕਿ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਹੈ, ਸਿੰਘ ਸਭਾ ਲਹਿਰ ਦੀ ਉਪਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਜਦੋਂ ਫਿਰ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਆ ਗਿਆ ਖਾਲਸਾ ਪੰਥ ਕੋਲ, ਤੇ ਫਿਰ ਇੱਕ ਸਾਨੂੰ ਜਥੇਬੰਦੀ ਦੀ ਜ਼ਰੂਰਤ ਸੀ ਜਿਹੜਾ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਸਕੇ, ਜਿਹੜਾ ਉਸ ਵੇਲੇ ਕੰਟਰੋਲ ਲੈ ਸਕੇ। ਉਸ ਵਕਤ ਇਹ ਜਿਹੜੀ ਵਲੰਟੀਅਰ ਫੋਰਸ ਹੈ ਉਹ ਹੋਂਦ ਵਿੱਚ ਆਈ ਹੈ ਸ਼੍ਰੋਮਣੀ ਅਕਾਲੀ ਦਲ ਜੀ, ਜਿਹੜੀ ਸਿਰਫ ਅਕਾਲ ਪੁਰਖ ਨੂੰ ਸਮਰਪਿਤ ਸੀ ਤੇ ਅੰਮ੍ਰਿਤਧਾਰੀਆਂ ਦੀ ਜਥੇਬੰਦੀ ਸੀ। ਜੀ ਪਰ ਸਮੇਂ ਦੇ ਨਾਲ ਇਹਦਾ ਰੋਲ ਬਦਲ ਗਿਆ। ਜੀ ਸਮੇਂ ਦੇ ਨਾਲ ਜਿਹੜਾ ਕੇਵਲ ਇੱਕ ਧਾਰਮਿਕ ਜਥੇਬੰਦੀ ਤੋਂ ਇਲਾਵਾ ਜਿਹੜੇ ਸਿੱਖਾਂ ਦੇ ਪੋਲੀਟੀਕਲ ਮਸਲੇ ਸੀ ਉਹ ਵੀ ਇਸ ਪਲੇਟਫਾਰਮ ਦੇ ਉੱਪਰ ਵਿਚਾਰੇ ਜਾਣ ਲੱਗ ਪਏ, ਔਰ ਪਾਰਟੀਸ਼ਨ ਤੋਂ ਬਾਅਦ ਇਹ ਜਿਹੜੀ ਇੱਕ ਕੈਰੈਕਟਰ ਅਕਾਲੀ ਦਲ ਦਾ ਸੀ, ਇਹਦੇ ਵਿੱਚ ਪੋਲੀਟੀਕਲ ਜ਼ਿਆਦਾ ਹੁੰਦਾ ਗਿਆ, ਪਰ ਇਹ ਪੋਲੀਟਿਕਸ ਵੀ ਜਿਹੜਾ ਸੀ ਇੱਕ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੀ, ਇਹ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੀ। ਇਹ ਪੋਲੀਟਿਕਸ ਪਾਵਰ ਪੋਲੀਟਿਕਸ ਨਹੀਂ ਸੀ ਹੈਗਾ। ਪਰ ਮੌਜੂਦਾ ਕੀ ਹੈ? ਮੈਂ ਉਸ ਤੇ ਹੀ ਆ ਰਹੀ ਹਾਂ। ਪਰ ਜਦੋਂ ਅਕਾਲੀ ਦਲ ਦਾ 75ਵਾਂ ਵਰ੍ਹੇਗੰਢ ਸੀ, ਉਸ ਵਕਤ ਇਸ ਪਾਰਟੀ ਦਾ ਕੈਰੈਕਟਰ ਬਦਲ ਕੇ ਇਹਨੂੰ ਸੈਕੂਲਰ ਪਾਰਟੀ ਬਣਾ ਦਿੱਤਾ ਗਿਆ। ਉਸ ਵੇਲੇ ਭਾਵੇਂ ਇਹ ਮਜਬੂਰੀ ਸੀ ਕਿ ਕਾਨੂੰਨ ਇਹੋ ਜਿਹਾ ਆ ਗਿਆ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਅਗਰ ਤੁਹਾਡੀ ਸੈਕੂਲਰ ਪਾਰਟੀ ਨਹੀਂ ਹੈ, ਮਤਲਬ ਉਸ ਮੁਸ਼ਕਿਲ ਦੇ ਵਿੱਚੋਂ ਇਹ ਇੱਕ ਸੋਲੂਸ਼ਨ। ਪਰ ਜਦੋਂ ਤੁਸੀਂ ਅਕਾਲੀ ਦਲ ਦਾ ਕੈਰੈਕਟਰ ਬਦਲ ਦਿੱਤਾ, ਸਿਧਾਂਤ ਹੀ ਬਦਲ ਗਏ, ਤੇ ਉਹਦੇ ਨਾਲ ਜਦ ਤੁਹਾਡੇ ਪਾਰਟੀ ਦੇ ਉਹ ਮੈਂਬਰ ਵੀ ਬਣ ਸਕਦੇ ਨੇ ਜਿਹੜੇ ਜ਼ਰੂਰੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਹੋਣ। ਜਿਹੜੀ ਅੰਮ੍ਰਿਤਧਾਰੀਆਂ ਦੀ ਪਾਰਟੀ ਸੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਵੀ ਲਾਜ਼ਮੀ ਨਾ ਰਹਿ ਗਿਆ,
ਤੇ ਫਿਰ ਉਹਦੇ ਵਿੱਚ ਚੇਂਜਸ ਤਾਂ ਆਣੀਆਂ ਸੀ। ਅਸੀਂ ਪਿਛਲੇ 75 ਸਾਲਾਂ ਦੇ ਇਤਿਹਾਸ ਅਨੁਸਾਰ ਤੁਰੀ ਜਾਂਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਅਕਾਲੀ ਦਲ ਦੀ ਹੈ, ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਹੈ, ਪਰ ਪਿਛਲੇ ਇਹ ਜਿਹੜੇ 25 ਸਾਲ ਹਨ ਇਹਨਾਂ 'ਚੋਂ ਇੱਕ ਇਕੁਏਸ਼ਨ ਬਦਲ ਗਈ ਹੋਈ ਹੈ। ਜੀ 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 ਬਿਲਕੁਲ, ਤੁਸੀਂ ਬਹੁਤ ਵੱਡਾ ਜਿਹੜੀ ਇੱਕ ਜਾਣਕਾਰੀ ਹੈ ਇਹ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ। ਸੋ 25 ਸਾਲ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਉਹ ਰੂਪਰੇਖਾ ਬਦਲਿਆ। ਸੋ ਇਹਦੇ ਵਿੱਚ ਜਿਹੜੇ ਤੁਸੀਂ ਦਾੜੀ ਜਿਹੜੀ ਕੁਤਰੀ ਵਾਲੇ ਜਾਂ ਅਸੀਂ ਕਹੀਏ ਤਾਂ ਜਿਹੜੇ ਪਤੇ ਸਿੱਖ ਨੇ ਉਹ ਵੀ ਤੁਹਾਨੂੰ ਦਿਖਾਈ ਦਿੰਦੇ ਨੇ, ਮੋਨੇ ਵੀ ਦਿਖਾਈ ਦਿੰਦੇ ਨੇ, ਵਰਮੇ ਵੀ ਦਿਖਾਈ ਦਿੰਦੇ ਨੇ, ਸ਼ਰਮੇ ਵੀ ਦਿਖਾਈ ਦਿੰਦੇ ਨੇ। ਉਹਦਾ ਕਾਰਨ ਤੁਹਾਨੂੰ ਜਿਹੜਾ ਜੀ ਦੱਸਿਆ ਜਾ ਚੁੱਕਾ ਹੈ ਜੀ। ਇਹ ਜਦੋਂ ਪਾਰਟੀ ਜਿਹੜੀ ਹੈ ਬੀਬੀ ਜੀ ਨੇ ਦੱਸਿਆ ਕਿ 25 ਸਾਲ ਪਹਿਲਾਂ ਇਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਤੋ ਇਹ ਜਦੋਂ ਨਵੀਂ ਰੂਪਰੇਖਾ ਤਿਆਰ ਹੋਈ ਤੇ ਉਹਦੇ ਕਰਕੇ ਇਹ ਸਾਰਾ ਕੁਝ ਕਰਨਾ ਪੈ ਗਿਆ। ਪਰ ਬੀਬੀ ਜੀ ਆਖਰੀ ਦੇ ਵਿੱਚ ਆਪ ਜੀ ਤੋਂ ਕੋਲ ਇੱਕ ਸਵਾਲ ਬਹੁਤ ਜ਼ਰੂਰੀ, ਪੂਰੀ ਵਿਸ਼ਵ ਦੀ ਸੰਗਤ ਦਾ ਹੈ। 328 ਪਾਵਨ ਸਰੂਪ ਹੈ ਜਿਹੜੇ, ਉਹਨਾਂ ਦੇ ਨਾਲ ਅਸੀਂ ਵੇਖੋ ਗੁਰੂ ਸਾਹਿਬ ਦੇ ਅੱਗੇ ਮੈਂ ਵੀ ਝੋਲੀ ਅੱਡਦਾ ਜੀ, ਸਾਰੀ ਸੰਗਤ ਝੋਲੀ ਅੱਡਦੀ, ਸਮੁੱਚਾ ਸਿੱਖ ਝੋਲੀ ਅੱਡਦਾ, ਨਾਨਕ ਨਾਮ ਲੈਵਾ ਸੰਗਤ ਝੋਲੀ ਅੱਡ ਕੇ ਅਰਦਾਸਾਂ ਕਰਕੇ ਉਹਨਾਂ ਦੇ ਕੋਲੋਂ ਖੁਸ਼ੀਆਂ ਲੈਂਦੀ ਹੈ, ਉਹਨਾਂ ਦੇ ਕੋਲੋਂ ਆਸ਼ੀਰਵਾਦ ਲੈਂਦੀ ਹੈ, ਉਹਨਾਂ ਦੇ ਕੋਲੋਂ ਹਿੰਮਤ ਲੈਂਦੀ ਹੈ, ਦਿਲਾਸਾ ਲੈਂਦੀ ਹੈ। ਉਸ ਪਾਵਨ ਹਸਤੀ ਵਾਸਤੇ ਇੱਕ ਆਮ ਲੋਕ ਉਹਨਾਂ ਨੂੰ ਅਣਗੌਲਿਆਂ ਕਰ ਰਹੇ ਨੇ। ਉਹਨਾਂ ਵਾਸਤੇ 328 ਪਾਵਨ ਸਰੂਪ ਸਾਡੇ ਵਾਸਤੇ, ਸਾਡੇ ਪਰਿਵਾਰ ਦਾ ਇੱਕ ਜੀ ਗੁੰਮ ਹੋ ਜੇ, ਇੱਕ ਜੀ ਆ ਕੇ ਪਿੱਛੇ ਹੋ ਜੇ, ਜਾਂ ਕਿਤੇ ਰਸੋਈ ਦੇ ਵਿੱਚੋਂ ਕਿਸੇ ਦਾ ਚਮਚਾ ਵੀ ਗਵਾਚ ਜਾਵੇ ਤਾਂ ਵਕਤ ਪਾ ਦਿੰਦੇ ਨੇ। ਤੇ ਸਾਡੇ 328 ਪਾਵਨ ਸਰੂਪ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ। ਸੋ ਸਿੱਖ ਸੰਗਤ ਨੂੰ ਆਪਾਂ ਕਿਸ ਤਰੀਕੇ ਨਾਲ ਜਵਾਬ ਦੇ ਪਾਈਏ, ਕਿਵੇਂ ਸਮਝਾ ਪਾਈਏ ਦਰਸ਼ਕਾਂ ਵੀ ਇਹਦਾ ਹੱਲ ਕੀ ਹੋ ਸਕਦਾ, ਭਵਿੱਖ ਕੀ ਹੋਏਗਾ, ਵੀ ਇਹ ਆਈ ਗਈ ਗੱਲ ਹੋ ਜਾਏਗੀ ਕਿ ਜਾਂ ਇਹ ਕਿਸੇ ਨਤੀਜੇ ਤੇ ਜਾ ਕੇ, ਸਿੱਟੇ ਤੇ ਜਾ ਕੇ ਮੁੱਕੇਗੀ। ਦੇਖੋ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ 328 ਬੀੜਾਂ ਦੀ ਗੱਲ ਹੈ ਉਹ ਸਪਸ਼ਟ ਹੋਵੇ ਜੀ। ਜੇ ਪਤਾ ਲੱਗਦਾ ਹੈ ਸਾਨੂੰ ਕਿ ਇਹ ਕਿੱਥੇ ਹਨ ਜੀ ਤਾਂ ਵੀ ਅਸੀਂ ਕੌਮ ਨੂੰ ਦਸੀਏ, ਜੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਵੀ ਅਸੀਂ ਕੌਮ ਨੂੰ ਦਸੀਏ। ਕਿਸੇ ਪਾਸੇ ਤਾਂ ਗੱਲ ਕਰਨੀ ਪਏਗੀ ਤੇ ਤਾਂ ਹੀ ਇਹ ਜਿਹੜਾ ਮੁੱਦਾ ਹੈ ਇਹ ਕਲੋਜ਼ਰ ਵਾਲੇ ਪਾਸੇ ਆਏਗਾ। ਬੀਬੀ ਜੀ ਦੋ ਤਰ੍ਹਾਂ ਦੀਆਂ ਅਦਾਲਤਾਂ ਨੇ ਇਸ ਵੇਲੇ। ਇੱਕ ਅਦਾਲਤ ਹੈਗੀ ਹੈ ਦੁਨਿਆਵੀ ਅਦਾਲਤ, ਇੱਕ ਅਦਾਲਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਪੁਰਖ ਦੀ ਅਦਾਲਤ। ਸਾਨੂੰ ਕਿਸ ਅਦਾਲਤ ਤੋਂ ਇਹ ਮਾਮਲਾ ਜਿਹੜਾ ਜੀ ਇਹ ਲੈ ਕੇ ਜਾਣਾ ਚਾਹੀਦਾ? ਯਾਨੀ ਕਿ ਸਿੱਖ ਸੰਗਤ, ਕੁਝ ਲੋਕ ਕਹਿੰਦੇ ਨੇ ਵੀ ਇਹ ਜੀ ਜੋ ਦੁਨਿਆਵੀ ਅਦਾਲਤਾਂ ਨੇ ਉਹਨਾਂ 'ਚ ਇਹਨਾਂ ਨੂੰ ਲਿਜਾਇਆ ਜਾਵੇ। ਕੁਝ ਲੋਕ ਕਹਿੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਤਮ ਅਦਾਲਤ, ਉਸ ਤੋਂ ਵੱਡੀ ਅਦਾਲਤ ਕੋਈ ਹੈ ਨਹੀਂ, ਕਿਉਂਕਿ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਉਹਨਾਂ ਦੇ ਵਿੱਚ ਵਕੀਲ ਤਰ੍ਹਾਂ ਤਰ੍ਹਾਂ ਦੇ ਜੁਗਾੜ ਕਰਕੇ ਬਰੀ ਵੀ ਕਰਵਾ ਦੇਣਗੇ। ਪਿੱਛੇ ਦੇਖੋ ਕਿਹੜੇ ਕਿਹੜੇ ਲੋਕ ਨੇ ਜਿਹੜੇ ਬਰੀ ਹੋ ਗਏ ਬੜੇ ਬੜੇ ਵੱਡੇ ਗੁਨਾਹਾਂ ਤੋਂ, ਪਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਹੋਣ ਕਾਰਨ ਉਹ ਅੱਜ ਵੀ ਬੰਦਸ਼ 'ਚ ਨੇ, ਉਹਨਾਂ ਦਾ ਰਾਜਨੀਤਿਕ ਸਫ਼ਰ ਵੀ ਖਤਰੇ 'ਚ ਹੈ ਔਰ ਉਹ ਵਾਪਸ ਪੰਥ 'ਚ ਵੀ ਨਹੀਂ ਆ ਪਾ ਰਹੇ। ਦੇਖੋ ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਅਦਾਲਤ ਨਹੀਂ ਜੀ 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 ਇਹ ਸਾਡੇ ਵਾਸਤੇ ਉਸ ਅਕਾਲ ਦਾ ਤਖਤ ਹੈ ਜੀ ਜੀ। ਔਰ ਇਸ ਤਖਤ ਦੇ ਉੱਪਰ ਅਸੀਂ ਆਪਣੇ ਲੜਾਈ ਝਗੜੇ ਲੈ ਕੇ ਨਹੀਂ ਜਾਣਾ। ਠੀਕ ਹੈ ਜੀ। ਇਸ ਕਿਉਂਕਿ ਜੇ ਤਖਤ ਸਾਡੇ ਪੰਜਾਬ ਵਿੱਚ ਬੈਠਿਆ ਦਾ ਉਨਾ ਹੀ ਸਾਡਾ ਹੈ ਜਿੰਨਾ ਅਮਰੀਕਾ ਬੈਠਿਆ ਦਾ ਜੀ। ਜਿਸ ਤਰ੍ਹਾਂ ਅਸੀਂ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਜਾਂ ਉੱਥੇ ਸਿੱਖਾਂ ਦੀਆਂ ਜਿਹੜੀਆਂ ਲੜਾਈਆਂ ਹੋ ਗਈਆਂ ਉਹਨਾਂ ਦੇ ਵਿੱਚ ਦਖਲ ਦੇਣ ਦਾ ਕੋਈ ਅਕਾਲ ਤਖਤ ਦਾ ਮਤਲਬ ਨਹੀਂ। ਇਸ ਲਈ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਲੜਾਈਆਂ ਉਹਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਸਾਲਸੀ ਕਰਨ ਦਾ ਜਿਹੜਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ, ਇਹ ਗਲਤ ਹੈ। ਅਕਾਲ ਤਖਤ ਸਾਹਿਬ ਵਾਸਤੇ ਇੱਕ ਸ਼ਬਦਾਵਲੀ ਕਚਹਿਰੀ ਵਾਲੀ ਵਰਤਣੀ ਉਹ ਵੀ ਗਲਤ ਹੈ। ਠੀਕ ਹੈ ਜੀ। ਕਿਉਂਕਿ ਅਗਰ ਅਸੀਂ ਇਤਿਹਾਸਿਕ ਪਰਿਪੇਖ ਤੋਂ ਦੇਖੀਏ ਤੇ ਅਕਾਲ ਤਖਤ ਸਾਹਿਬ ਦਾ ਆਪਣਾ ਇੱਕ ਸਥਾਨ ਹੈ ਜੀ, ਔਰ ਉੱਥੇ ਅਸੀਂ ਕੀ ਮੁੱਦੇ ਵਿਚਾਰ ਸਕਦੇ ਹਾਂ ਉਹ ਕੇਵਲ ਉਹ ਜਿਹੜੀ ਸਮੁੱਚੀ ਕੌਮ ਨੂੰ ਇੰਪੈਕਟ ਕਰਦੇ ਨੇ। ਪਰ ਇਹ ਮਾਮਲਾ ਹੁਣ ਮੈਂ ਤੁਹਾਡੀ ਉਸ ਗੱਲ ਤੇ ਆ ਰਹੀ ਹਾਂ ਕਿ ਜਿਹੜੇ ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਘਟਨ ਦੀ ਗੱਲ ਹੈ, ਇਹ ਜਿਹੜਾ ਮਾਮਲਾ ਹੈ ਹੁਣ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਪਹਿਲੇ ਗੱਲ ਕੀਤੀ ਕਿ ਦੁਨਿਆਵੀ ਅਦਾਲਤ ਦੀ ਗੱਲ ਕਰਦੇ ਹੋ, ਉਹਨਾਂ ਕੋਲ ਪੁਲਿਸ ਵੀ ਹੈ, ਉਹਨਾਂ ਕੋਲ ਥਾਣਾ ਵੀ ਹੈ। ਤੁਸੀਂ ਦੱਸੋ ਕਿ ਅਕਾਲ ਤਖਤ ਸਾਹਿਬ ਤੋਂ ਤਨਖਾਹ ਲੱਗਦੀ ਹੈ, ਸਜ਼ਾ ਨਹੀਂ ਲੱਗਦੀ। ਜੀ 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 ਜੀ। ਤਨਖਾਹ ਤੇ ਸਜ਼ਾ ਵਿੱਚ ਫਰਕ ਹੈ। ਸਜ਼ਾ ਹੈਗਾ ਕਿ ਤੁਸੀਂ ਇੱਕ ਜ਼ੁਲਮ ਕੀਤਾ ਹੈ ਕਿ ਤੁਹਾਨੂੰ ਜ਼ਬਰਦਸਤੀ ਉਹ ਦਿੱਤੀ ਜਾਏਗੀ। ਤਨਖਾਹ ਇਹ ਹੈਗੀ ਹੈ ਕਿ ਤੁਸੀਂ ਹੱਥ ਜੋੜ ਕੇ ਆਪ ਆਉਂਦੇ ਹੋ, ਆਪਣਾ ਗੁਨਾਹ ਮੰਨਦੇ ਹੋ,
ਤੁਸੀਂ ਕਬੂਲ ਕਰਦੇ ਹੋ ਤੁਸੀਂ ਗਲਤੀ ਕੀਤੀ ਹੈ, ਔਰ ਫਿਰ ਤੁਹਾਡੇ ਹਿਰਦੇ ਦੀ ਸ਼ੁੱਧਤਾ ਵਾਸਤੇ ਤੁਹਾਨੂੰ ਹੱਥੀਂ ਕਾਰਜ ਕਰਨ ਦੀ ਸੇਵਾ ਦਿੱਤੀ ਜਾਂਦੀ ਹੈ, ਔਰ ਨਾਲ ਤੁਹਾਨੂੰ ਬਾਣੀ ਪੜ੍ਹਨ ਲਈ ਕਿਹਾ ਜਾਂਦਾ ਹੈ। ਇਹ ਤਨਖਾਹ ਹੁੰਦੀ ਹੈ, ਇਹ ਸਜ਼ਾ ਨਹੀਂ ਹੁੰਦੀ। ਸੋ ਜਦੋਂ ਤੁਸੀਂ ਸ਼ਬਦ ਤਨਖਾਹ ਜਾਂ ਸਜ਼ਾ ਵਰਤਦੇ ਹੋ, ਉਹਦੇ ਨਾਲ ਮਤਲਬ ਬਦਲ ਜਾਂਦਾ ਹੈ। ਮਤਲਬ ਬਦਲ ਕੇ, ਬਿਲਕੁਲ ਠੀਕ ਹੈ ਜੀ। ਤੇ ਜਿਹੜਾ ਅਕਾਲ ਤਖਤ ਸਾਹਿਬ ਤੇ 228 ਬੀੜਾਂ ਦੇ ਘਟਣ ਦੀ ਗੱਲ ਹੈ, ਇਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਮਸਲਾ ਹੈ ਜੀ। ਇਹਦਾ ਜਿਹੜਾ ਫੈਸਲਾ ਹੈ ਇਹ ਦਫ਼ਤਰੀ ਲੈਵਲ ਤੇ ਹੋਣਾ, ਕਿਉਂਕਿ ਰਿਕਾਰਡ ਦੇ ਅਨੁਸਾਰ ਹੋਣਾ ਹੈ ਜੀ ਬਿਲਕੁਲ, ਦਫ਼ਤਰੀ ਲੈਵਲ ਤੇ ਹੀ। ਗੱਲ ਜਦੋਂ ਰਿਕਾਰਡ ਦੀ ਹੈ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਿਨਾਂ ਵਜ੍ਹਾ ਘੜੀਸ ਰਹੇ ਹਾਂ ਇਸ ਦੇ ਵਿੱਚ। ਬਿਲਕੁਲ ਸਹੀ ਮੈਨੂੰ ਲੱਗਦਾ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ, ਸਾਨੂੰ ਉਸ ਪਾਵਨ ਸਥਾਨ ਨੂੰ ਇਨਵੋਲਵ ਨਹੀਂ ਕਰਨਾ ਚਾਹੀਦਾ। ਜਿਹੜੇ ਦਫ਼ਤਰ ਨੇ ਗਲਤੀ ਕੀਤੀ ਹੈ ਉਹ ਦਫ਼ਤਰ ਜਵਾਬਦੇਹ ਹੈ, ਔਰ ਜਿਨ੍ਹਾਂ ਕੋਲ ਗਲਤੀਆਂ ਹੋਈਆਂ ਉਹ ਕੌਮ ਨੂੰ ਜਵਾਬ ਦੇਣ। ਬਿਲਕੁਲ ਬਿਲकुल ਜੀ। ਸੋ ਬੀਬੀ ਕਰਨਜੀਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਕਿਉਂਕਿ ਤੁਸੀਂ ਜਿਹੜੀ ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ। ਇਹ ਅਜੇ ਤੱਕ ਸਾਡੀ ਬਹੁਤ ਇੰਟਰਵਿਊ ਹੋਈਆਂ ਨੇ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਦੇ ਨਾਲ, ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੁਲਾਰੇ ਜਿਹੜੇ ਨੇ ਉਹਨਾਂ ਨਾਲ ਸਾਡੇ ਵਿਚਾਰ ਹੋਏ, ਪਰ ਜਿੱਡੀ ਤਫਤੀਸ਼ ਦੇ ਨਾਲ ਔਰ ਜਿੱਦੇ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਤੁਸੀਂ ਸਾਰੇ ਹੀ ਮਾਮਲੇ ਤੋਂ ਜਾਣਕਾਰੀ ਕਰਾਈ ਔਰ ਬਾਰੀਕੀਆਂ ਵੀ ਸਾਨੂੰ ਸਮਝਾਈਆਂ, ਔਰ ਦਰਸ਼ਕਾਂ ਦੇ ਬੜੇ ਸਵਾਲਾਂ ਦੇ ਜਵਾਬ ਜਿਹੜੇ ਨੇ ਮਿਲ ਗਏ ਨੇ। ਔਰ ਖਾਸ ਕਰਕੇ ਸਜ਼ਾ ਤੇ ਤਨਖਾਹ ਬੜਾ ਵੱਡਾ ਅੰਤਰ ਸੀ, ਜਿਹਦੇ ਵਿੱਚ ਅਸੀਂ ਵੀ ਉਲਝੇ ਹੋਏ ਸੀ। ਧਾਰਮਿਕ ਸਜ਼ਾ ਕਹਿ ਕੇ ਅਸੀਂ ਵੀ ਜਿਹੜੀ ਅਕਸਰ ਚਰਚਾ ਸ਼ੁਰੂ ਕਰਦੇ ਸੀ, ਸੋ ਸਾਨੂੰ ਵੀ ਪਤਾ ਲੱਗਾ ਕਿ ਸਜ਼ਾ ਕੀ ਚੀਜ਼ ਹੈ। ਔਰ ਅਸੀਂ ਵੀ ਇਹੀ ਕਹਿ ਦਿੰਦੇ ਸੀ, ਸਾਡੇ ਨਾਲ ਬੈਠੇ ਜਿਹੜੇ ਸਾਡੇ ਵਿਚਾਰਕ ਆਉਂਦੇ ਸੀਗੇ ਜਾਂ ਪੰਥਕ ਵਿਦਵਾਨ ਆਉਂਦੇ ਸੀ, ਉਹਨਾਂ ਨਾਲ ਵੀ ਗੱਲ ਕਰੀਦੀ ਸੀ, ਤੇ ਉਹ ਵੀ ਅਦਾਲਤ ਕਰ ਕਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜੋ ਉਹ ਇਹ ਦੁਨੀਆ ਦੀ ਅਦਾਲਤ ਹੈ, ਅਸੀਂ ਉਹਨਾਂ ਤੋਂ ਹੀ ਇਹ ਸ਼ਬਦ ਲੈ ਕੇ ਤਾਂ ਇਹ ਚੀਜ਼ ਨੂੰ ਅੱਗੇ ਤੋਰਦੇ ਸੀ। ਪਰ ਸਾਨੂੰ ਇਹ ਪਤਾ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਤਖਤ ਨੇ, ਔਰ ਅਦਾਲਤ ਸਜ਼ਾ ਇਹਨਾਂ ਦੋਨਾਂ ਦੇ ਫਰਕ ਤਾਂ ਸਾਨੂੰ ਵੀ ਪਤਾ ਲੱਗਾ। ਪਰ ਕੁੱਲ ਮਿਲਾ ਕੇ ਜੋ ਪਾਵਨ ਸਰੂਪ 328 ਪਾਵਨ ਸਰੂਪ ਨੇ, ਉਹਨਾਂ ਦਾ ਪਤਾ ਲੱਗਣਾ ਬੇਹੱਦ ਜ਼ਰੂਰੀ ਹੈ, ਜਿਸ ਦੇ ਲਈ ਸਿੱਖ ਕੌਮ ਔਰ ਖਾਸ ਕਰਕੇ ਉਹ ਜਾਗਰੂਕ ਰੂਹਾਂ, ਗੁਰੂ ਦੇ ਪਿਆਰ ਦੇ ਵਿੱਚ ਰੰਗ ਰਤੀਆਂ ਰੂਹਾਂ, ਉਹ ਗੁਰੂ ਸਾਹਿਬ ਦੀ ਇਸ ਆਵਾਜ਼ ਦੇ ਨਾਲ ਖੜੀਆਂ ਨੇ। ਔਰ ਆਉਣ ਵਾਲੇ ਸਮੇਂ 'ਚ ਜਦ ਤੱਕ ਇਹ ਜਵਾਬ ਨਾ ਦਿੱਤਾ ਗਿਆ, ਔਰ ਜਿਹੜੇ ਵੀ ਇਸ ਨੂੰ ਜਵਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਸਵਾਲ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਨਤੀਜੇ ਪੰਥ ਆਪੇ ਹੀ ਦੇਖੇਗਾ ਕਿ ਕਿਵੇਂ ਭੁਗਤਣੇ ਪੈਣਗੇ। ਸੋ ਪਰ ਇਹਦੇ ਨਾਲ ਹੀ ਸਾਡੇ ਨਾਲ ਬੀਬੀ ਕਰਨਜੀਤ ਕੌਰ ਜੀ, ਜਿਨ੍ਹਾਂ ਦੀ ਦਹਾੜ ਨੇ, ਮੈਂ ਫਿਰ ਬਾਰ-ਬਾਰ ਕਹਿ ਰਿਹਾ ਕਿ ਜਿਨ੍ਹਾਂ ਦੀ ਦਹਾੜ ਨੇ ਕੌਮ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਹੈ, ਔਰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਇਹ ਨਾ ਦੇਖੋ ਕਿ ਤੁਹਾਡੇ ਸਾਹਮਣੇ ਤਾਕਤਵਰ ਕੌਣ ਹੈ, ਦੇਖੋ ਇਹ ਕਿ ਤੁਸੀਂ ਸੱਚ ਬੋਲ ਰਹੇ ਹੋ। ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਸੱਚ ਦੀ ਆਵਾਜ਼ ਨੂੰ ਕੋਈ ਦਬਾ ਨਹੀਂ ਸਕਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੋਰਚਾ ਰੰਗ ਲੈ ਕੇ ਆਉਂਦਾ, ਔਰ ਕਿਸ ਤਰੀਕੇ ਦੇ ਨਾਲ SGPC ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਉਹ ਮੈਂਬਰ ਸਾਹਿਬਾਨ ਦਬਾਅ ਬਣਾਉਂਦੇ ਨੇ, ਔਰ 328 ਪਾਵਨ ਸਰੂਪਾਂ ਦੀ ਜਿਹੜੀ ਗੁੱਥੀ ਹੈ ਕਦੋਂ ਸੁਲਝਦੀ ਹੈ, ਇਸ ਰਾਜ ਤੋਂ ਕਦੋਂ ਪਰਦਾ ਉੱਠਦਾ ਹੈ, ਅਸੀਂ ਉਸ 'ਤੇ ਧਿਆਨ ਰੱਖਾਂਗੇ। ਔਰ ਇਹਦੇ ਨਾਲ ਹੀ ਆਪ ਜੀ ਤੋਂ ਲੈਣੀ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।